ਪਇਓਈ ਤਰਸ ਪਿਆ ਮਿਹਰਾਮਤ ਹੋਈ। ਸਤਿਗੁਰ ਸੱਜਣ ਮਿਲਿਆ, ਨਾਨਕ ਨਾਮ ਮਿਲੇ ਤਾਂ ਜੀਵਾਂ। ਤਨ ਮਨ ਥੀਵੈ ਹਰਿਆ, ਨਾਨਕ ਨਾਮ ਮਿਲੇ ਤਾਂ ਜੀਵਾ। ਤਨ ਮਨ ਥੀਵੈ ਹਰਿਆ, ਸੁਖੋ ਟਲ ਗੁਰ ਸੇਵੀਐ ਐਨਸ ਸਹਿਜ ਸੁਭਾਏ। ਦਰਸ਼ਨ ਪਰਸੀਐ ਗੁਰੂ ਕੈ, ਜਨਮ ਮਰਨ ਦੁਖ ਜਾਏ। ਵੈ ਸਿਫਤ ਕਸਮਦੀ ਨੂਰ ਅਰਸੋਂ ਕੁਰਸੋਂ ਚਟੀਐ। ਸੱਚੇ ਪਾਤਸ਼ਾਹ ਮਾਲ ਜਨਮ ਜਨਮ ਦੀ ਕਟੀਐ। ਸੱਚੇ ਪਾਤਸ਼ਾਹ ਮਾਲ ਜਨਮ ਜਨਮ ਦੀ ਕਟੀਐ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਸੋਰਠ ਮਹਲਾ ਚੌਥਾ। ਆਪੇ ਅੰਡਜ ਜੇਰਜ ਸੇਤ ਉਤਪਜ। ਆਪੇ ਖੰਡ ਆਪੇ ਸਭ ਲੋਏ। ਆਪੇ ਸੂਤ ਆਪੇ ਬਹੁਮਣੀਆਂ। ਕਰ ਸਕਤੀ ਜਗਤ ਪਰੋਏ। ਆਪੇ ਹੀ ਸੂਤ ਧਾਰ ਹੈ ਪਿਆਰਾ। ਸੂਤ ਖਿੰਚੇ ਢਹਿ ਢੇਰੀ ਹੋਏ। ਆਪੇ ਅੰਡਜ ਜੇਰ ਸੇਤ ਉਤਪਜ। ਆਪੇ ਖੰਡ ਆਪੇ ਸਭ ਲੋਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਾਹਿਬ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀਆਂ ਦੀ ਪਵਿੱਤਰ ਪਾਵਨ ਹਜ਼ੂਰੀ ਅੰਦਰ ਸੁਭਾਇਮਾਨ ਹੋ ਰਹੇ ਗੁਰੂ ਕੀ ਸੰਗਤ। ਆਪ ਸੰਗਤ ਨੇ ਸਤਿਗੁਰਾਂ ਦੇ ਦਰਬਾਰ ਅੰਦਰ ਬੈਠ ਕੇ ਸਤਿਗੁਰਾਂ ਦੀ ਪਵਿੱਤਰ ਗੁਰਬਾਣੀ ਕੀਰਤਨ ਦੇ ਰੂਪ ਦੇ ਵਿੱਚ ਸਰਵਣ ਕਰਕੇ ਸ੍ਰੀ ਆਸਾ ਦੀ ਵਾਰ ਆਪਣੇ ਮਿਲੇ ਹੋਏ ਸਮੇਂ ਤੇ ਸਵਾਸਾਂ ਨੂੰ ਸਫਲਾ ਬਣਾਇਆ। ਇਸ ਵੇਲੇ ਆਪਾਂ ਗੁਰਬਾਣੀ ਦੀ ਲੜੀਵਾਰ ਜੋ ਕਥਾ ਹੈ ਉਸ ਨੂੰ ਸ਼ਬਦ ਦਰ ਸ਼ਬਦ ਸਰਵਣ ਕਰਦੇ ਆ ਰਹੇ ਹਾਂ। ਆਓ ਅੱਜ ਦਾ ਜੋ ਉਪਦੇਸ਼ ਮਹਾਰਾਜ ਸਾਹਿਬ ਜੀ ਬਖਸ਼ਿਸ਼ ਕਰ ਰਹੇ ਨੇ, ਕੁਝ ਸਮੇਂ ਲਈ ਆਪਣੇ ਮਨ ਦੇ ਧਿਆਨ ਨੂੰ ਟਿਕਾਈਏ। ਭਾਵਨਾ ਨਾਲ ਸ਼ਰਧਾ ਨਾਲ ਸਤਿਗੁਰਾਂ ਦੇ ਪਵਿੱਤਰ ਬਚਨ ਸਰਵਣ ਕਰੀਏ। ਮਿਲ ਕੇ ਆਖੀਏ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਸੋਰਠ ਮਹਲਾ ਚੌਥਾ। ਸੋਰਠ ਰਾਗ ਹੈ। ਚੌਥੇ ਪਾਤਸ਼ਾਹ ਗੁਰੂ ਰਾਮਦਾਸ ਮਹਾਰਾਜ ਜੀਆਂ ਦਾ ਇਹ ਸ਼ਬਦ ਆਪਾਂ ਸਰਵਣ ਕਰ ਰਹੇ ਹਾਂ। ਸਤਿਗੁਰਾਂ ਨੇ ਚੌਥਾ ਸ਼ਬਦ ਪਹਿਲਾਂ ਅੰਕਾਂ ਵਿੱਚ ਲਿਖਿਆ, ਉਸ ਤੋਂ ਉਪਰੰਤ ਚੌਥਾ ਸ਼ਬਦ ਸ਼ਬਦਾਂ ਵਿੱਚ ਲਿਖਿਆ। ਚੱਚਾ ਊੜੇ ਨੂੰ ਔਂਕੜ ਥੱਥੇ ਨੂੰ ਕੰਨਾ ਚੌਥਾ। ਇਹ ਲਿਖਣ ਤੋਂ ਭਾਵ ਇਹ ਹੈ ਕਿ ਕੁਝ ਲੋਕ ਮਹੱਲਾ ਚੌਥਾ ਨੂੰ ਮਹੱਲਾ ਚਾਰ ਪੜ੍ਹ ਲੈਂਦੇ। ਚੌਕਾ ਅੰਕ ਲਿਖਿਆ ਨਾ, 4 ਅੰਕ ਲਿਖਿਆ ਮਹਾਰਾਜ ਨੇ। ਹੁਣ 4 ਅੰਕ ਨੂੰ ਕੋਈ ਮਹੱਲਾ ਚਾਰ ਵੀ ਕਹਿ ਸਕਦਾ, ਪਰ ਮਹਾਰਾਜ ਨੇ ਇਹ ਸਾਡਾ ਭਰਮ ਦੂਰ ਕਰਨ ਵਾਸਤੇ ਕਿ ਮਹੱਲਾ ਚਾਰ ਨਹੀਂ ਕਹਿਣਾ, ਮਹੱਲਾ ਚੌਥਾ ਕਹਿਣਾ ਹੈ। ਇਹ ਤਾਂ ਸ਼ਬਦਾਂ ਵਿੱਚ ਲਿਖਿਆ। ਸਤਿਗੁਰਾਂ ਨੇ ਇੱਥੇ ਮਹੱਲਾ ਚੌਥਾ ਸ਼ਬਦ ਵਰਤਿਆ। 2 ਵਾਰੀ ਚੌਥਾ ਲਿਖਿਆ, 1 ਵਾਰੀ ਅੰਕ ਵਿੱਚ, 1 ਵਾਰੀ ਸ਼ਬਦ ਵਿੱਚ। ਸ਼ਬਦ ਵਿੱਚ ਲਿਖਣ ਤੋਂ ਭਾਵ ਇਹ ਸੀ ਵੀ ਅੰਕ ਵਾਲਾ ਵੀ ਚੌਥਾ ਹੀ ਪੜ੍ਹਨਾ, ਉਹਨੂੰ ਚਾਰ ਨਹੀਂ ਕਹਿਣਾ।
ਸੋ ਇਸ ਤਰ੍ਹਾਂ ਗੁਰੂ ਰਾਮਦਾਸ ਜੀ ਇਹ ਸਾਡਾ ਸੰਕਾ ਭਰਮ ਦੂਰ ਕਰਕੇ ਗੁਰੂ ਰਾਮਦਾਸ ਮਹਾਰਾਜ ਜੀਆਂ ਦੇ ਕੋਲ ਸਵਰਗਾਂ ਦਾ ਰਾਜਾ ਇੰਦਰ ਆ ਕੇ ਬੈਠਾ। ਉਸਨੇ ਸਵਾਲ ਕੀਤਾ, ਕਹਿਣ ਲੱਗਾ ਜੀ ਪਰਮਾਤਮਾ ਰਹਿੰਦਾ ਕਿੱਥੇ ਹੈ ਤੇ ਉਹ ਕਰਦਾ ਕੀ ਹੈ। ਗੁਰੂ ਰਾਮਦਾਸ ਮਹਾਰਾਜ ਜੀਆਂ ਨੇ ਇਹ ਜੋ ਸ਼ਬਦ ਨੇ ਇਹ ਫਿਰ 7 ਸ਼ਬਦ ਇੱਥੇ ਬਖਸ਼ਿਸ਼ ਕੀਤੇ ਇਹ ਦੱਸਣ ਵਾਸਤੇ ਕਿ ਉਹ ਪਰਮਾਤਮਾ ਕਿੱਥੇ ਰਹਿੰਦਾ ਹੈ ਤੇ ਕੀ ਕਰਦਾ ਹੈ। ਅੱਜ ਦੇ ਸ਼ਬਦ ਦੀ ਬਖਸ਼ਿਸ਼ ਕਰਦੇ ਹਨ। ਆਪੇ ਅੰਡਜ ਜੇਰ ਸੇਤ ਉਤਪਜ। ਪਰਮਾਤਮਾ ਜੋ ਹੈ ਉਹ ਆਂਡਿਆਂ ਤੋਂ ਪੈਦਾ ਹੋਣ ਵਾਲੀ ਜਿਹੜੀ ਖਾਣੀ ਹੈ ਨਾ, ਆਂਡਿਆਂ ਤੋਂ ਪੈਦਾ ਹੋਣ ਵਾਲੇ ਜੀਵ, ਉਹ ਪਰਮਾਤਮਾ ਉਹਨਾਂ ਦੇ ਵਿੱਚ ਵੀ ਵਾਸਾ ਕਰਦਾ। ਜਿਵੇਂ ਆਂਡਿਆਂ ਤੋਂ ਪੰਛੀ ਪੈਦਾ ਹੁੰਦੇ ਨੇ, ਪੰਛੀਆਂ ਦੇ ਵਿੱਚ ਵੀ ਉਹ ਪਰਮਾਤਮਾ ਬੈਠਾ ਹੈ। ਪਰਮਾਤਮਾ ਰਹਿੰਦਾ ਕਿੱਥੇ ਹੈ? ਕਹਿੰਦੇ ਜੀ ਅੰਡਜ ਖਾਣੀ ਤੋਂ ਜਿਹੜੇ ਪੈਦਾ ਹੋਣ ਵਾਲੇ, ਸੱਪ ਵੀ ਆਂਡੇ ਤੋਂ ਪੈਦਾ ਹੁੰਦਾ, ਚਿੜੀ ਆਂਡੇ ਤੋਂ ਪੈਦਾ, ਕਬੂਤਰ ਆਂਡੇ ਤੋਂ ਪੈਦਾ, ਘੁੱਗੀਆਂ ਆਂਡੇ ਤੋਂ ਪੈਦਾ, ਮੁਰਗੀਆਂ ਆਂਡੇ ਤੋਂ ਪੈਦਾ, ਇਹ ਸਾਰੇ ਜੀਵ ਆਂਡੇ ਤੋਂ ਪੈਦਾ ਹੁੰਦੇ। ਇਹ ਜਿਹੜੀ ਅੰਡਜ ਖਾਣੀ ਹੈ ਇਹਦੇ ਵਿੱਚ ਜਿੰਨੇ ਜੀਵ ਪੈਦਾ ਹੋਏ ਉਹਨਾਂ ਵਿੱਚ ਪਰਮਾਤਮਾ ਆਪ ਹੈ। ਦੂਜਾ ਬਚਨ ਮਹਾਰਾਜ ਜੀ ਨੇ ਲਿਖਿਆ ਹੈ ਅੰਡਜ ਜੇਰਜ। ਜੇਰਜ ਤੋਂ ਭਾਵ ਜਿਹੜੇ ਜੇਰ ਤੋਂ, ਖੂਨ ਤੋਂ, ਬਿੰਦ ਤੋਂ ਪੈਦਾ ਹੋਣ ਵਾਲੇ। ਜਿਵੇਂ ਜੇਰ ਤੋਂ ਪੈਦਾ ਹੁੰਦੇ ਪਸ਼ੂ, ਮੱਝਾਂ, ਗਾਵਾਂ ਇਤਿਆਦਿਕਾਂ ਦੇ ਜਿਹੜੇ ਬੱਚੇ ਨੇ, ਕੱਟੇ ਬੱਚੇ ਜੇਰ ਤੋਂ ਪੈਦਾ ਹੋਏ। ਇਸੇ ਤਰ੍ਹਾਂ ਮਨੁੱਖ ਦਾ ਜਨਮ ਵੀ ਜੇਰ ਤੋਂ ਹੀ ਮੰਨਿਆ ਗਿਆ, ਮਨੁੱਖ ਵੀ ਜੇਰ ਤੋਂ ਹੀ ਪੈਦਾ ਹੁੰਦਾ। ਸੋ ਇਹ ਜਿਹੜੀਆਂ ਖਾਣੀਆਂ ਨੇ, ਜਿਹੜੇ ਜੇਰ ਤੋਂ ਪੈਦਾ ਹੋਏ ਉਹਨਾਂ ਵਿੱਚ ਵੀ ਪ੍ਰਮਾਤਮਾ ਵਾਸਾ ਕਰਦਾ। ਤੀਜਾ ਬਚਨ ਮਹਾਰਾਜ ਨੇ ਲਿਖਿਆ ਸੇਤਜ। ਸੇਤਜ ਕਹਿੰਦੇ ਪਸੀਨਾ, ਮੁੜਕਾ, ਪੰਜਾਬੀ ਵਿੱਚ ਆਪਾਂ ਮੁੜਕਾ ਕਹਿ ਸਕਦੇ, ਪਸੀਨਾ ਆ ਗਿਆ। ਜਿਹੜੇ ਪਸੀਨੇ ਵਿੱਚੋਂ ਪੈਦਾ ਹੋਏ, ਮਨੁੱਖ ਨੂੰ ਪਸੀਨਾ ਆ ਜਾਵੇ ਤੇ ਜੂਆਂ ਪੈਦਾ ਹੋ ਜਾਂਦੀਆਂ, ਉਹਨਾਂ ਜੂਆਂ ਵਿੱਚ ਵੀ ਉਹ ਬੈਠਾ ਹੋਇਆ। ਪਸ਼ੂ ਨੂੰ ਪਸੀਨਾ ਆ ਜਾਵੇ ਤੇ ਚਿਚੜ ਪੈਦਾ ਹੋ ਜਾਂਦੇ, ਉਹ ਚਿਚੜਾਂ ਦੇ ਵਿੱਚ ਵੀ ਬੈਠਾ ਹੋਇਆ। ਰੁੱਖਾਂ ਨੂੰ ਪਸੀਨਾ ਆ ਜਾਂਦਾ ਹੈ, ਦਰਖਤ ਜਿਹੜੇ ਪੇੜ ਨੇ ਇਹਨਾਂ ਨੂੰ ਪਸੀਨਾ ਆ ਜਾਂਦਾ ਹੈ, ਉੱਥੋਂ ਗੂੰਦਰ ਗੂੰਦ ਪੈਦਾ ਹੋ ਜਾਂਦੀ, ਉਹ ਗੂੰਦ ਰੂਪ ਹੋ ਕੇ ਬੈਠਾ ਹੋਇਆ, ਗੂੰਦ ਵਿੱਚ ਬੈਠਾ ਹੋਇਆ। ਤੇ ਜਦੋਂ ਪੱਥਰਾਂ ਨੂੰ ਪਸੀਨਾ ਆਉਂਦਾ ਤੇ ਉਹਦੇ ਵਿੱਚੋਂ ਫਿਰ ਬੜੀਆਂ ਸੋਹਣੀਆਂ ਮਣੀਆਂ ਪੈਦਾ ਹੁੰਦੀਆਂ, ਹੀਰੇ ਪੈਦਾ ਹੁੰਦੇ, ਉਹ ਹੀਰਿਆਂ ਦੇ ਵਿੱਚ ਵੀ ਬੈਠਾ ਹੋਇਆ ਹੈ। ਸੋ ਸੇਤਜ ਖਾਣੀ ਤੋਂ ਪੈਦਾ ਹੋਣ ਵਾਲੇ ਜਿੰਨੇ ਜੀਵ ਨੇ ਆਪਾਂ ਹੁਣੇ ਸਰਵਣ ਕੀਤਾ, ਭਾਵੇਂ ਜੂਆਂ ਨੇ, ਚਿਚੜ ਹੈ, ਗੂੰਦ ਹੈ ਜਾਂ ਹੀਰੇ ਮਣੀਆਂ, ਉਹਨਾਂ ਵਿੱਚ ਉਹ ਬੈਠਾ ਹੋਇਆ। ਤੇ ਚੌਥਾ ਬਚਨ ਮਹਾਰਾਜ ਲਿਖਦੇ ਉਤ ਭੁਜ। ਉਤ ਭੁਜ ਜਿਹੜੀ ਧਰਤੀ ਤੋਂ ਪੈਦਾ ਹੋਏ, ਮਿੱਟੀ ਤੋਂ ਪੈਦਾ ਹੋਏ। ਜਿਵੇਂ ਰੁੱਖ ਪੈਦਾ ਹੁੰਦਾ, ਮਿੱਟੀ ਤੋਂ ਪੈਦਾ ਹੀ ਪਹਾੜ ਹੋਏ ਨੇ, ਉਹ ਪਹਾੜਾਂ ਵਿੱਚ ਵੀ ਬੈਠਾ ਹੋਇਆ। ਮਿੱਟੀ ਤੋਂ ਪੈਦਾ ਹੋਣ ਵਾਲੇ ਰੁੱਖਾਂ ਵਿੱਚ ਬੈਠਾ ਹੋਇਆ। ਮਿੱਟੀ ਤੋਂ ਪੈਦਾ ਹੋਣ ਵਾਲੀ ਜਿਹੜੀ ਸਾਡੀ ਖੇਤੀ ਹੈ, ਜੇਤੇ ਦਾਣੇ ਅੰਨ ਕੇ ਜੀਆਂ ਬਾਜ ਨਾ ਕੋਏ, ਇਹ ਗੁਰਬਾਣੀ ਦਾ ਮਹਾਵਾਕ ਹੈ ਵੀ ਉਹ ਪਰਮਾਤਮਾ ਅੰਨ ਦੇ ਹਰੇਕ ਦਾਣੇ ਵਿੱਚ ਨਿਵਾਸ ਰੱਖੀ ਬੈਠਾ ਹੈ। ਜਿਹੜੀ ਉਤਪੁਜ ਖਾਣੀ ਹੈ ਇਹਦੇ ਵਿੱਚੋਂ ਵੀ ਉਹ ਪੈਦਾ ਹੋਣ ਵਾਲਾ ਹੈ। ਸੋ ਪਰਮਾਤਮਾ ਰਹਿੰਦਾ ਕਿੱਥੇ ਹੈ? ਅੰਡਜ ਜੇਰਜ ਸੇਤਜ ਉਤਪੁਜ। ਇਹਨਾਂ 4 ਖਾਣੀਆਂ ਤੋਂ ਜਿੰਨੇ ਜੀਵ ਪੈਦਾ ਹੋਏ ਉਹਨਾਂ ਸਾਰਿਆਂ ਜੀਵਾਂ ਵਿੱਚ ਉਹ ਪਰਮਾਤਮਾ ਨਿਵਾਸ ਕਰਦਾ ਬੈਠਾ ਹੈ। ਆਪੇ ਖੰਡ ਆਪੇ ਸਭ ਲੋਏ। ਇਹ ਜਿੰਨੇ ਖੰਡ ਨੇ ਧਰਤੀ ਦੇ 9 ਖੰਡ ਮੰਨੇ ਜਾਂਦੇ ਨੇ। ਆਪਾਂ ਬਚਨ ਪੜ੍ਹਦੇ ਹਾਂ 9 ਖੰਡ ਪ੍ਰਿਥਵੀ ਫਿਰੈ ਚਿਰ ਜੀਵੈ। ਇਹ ਧਰਤੀ 9 ਖੰਡਾਂ ਦੇ ਰੂਪ ਵਿੱਚ ਵੰਡੀ ਗਈ ਹੈ। 9 ਖੰਡ ਧਰਤੀ ਦੇ ਵਿੱਚ ਉਹ ਪਰਮਾਤਮਾ ਨਿਵਾਸ ਕਰਦਾ। ਅਤੇ ਸਭ ਲੋਏ, ਫਿਰ ਸਾਰੇ ਲੋਕਾਂ ਵਿੱਚ, ਜਿੰਨੇ ਆਪਾਂ ਲੋਕ ਆ ਨਾ, ਜਿੰਨੀ ਆਬਾਦੀ ਹੈ 7-8 ਅਰਬ ਤੋਂ ਆਬਾਦੀ ਉੱਪਰ ਹੋ ਗਈ ਹੈ ਸੰਸਾਰ ਦੀ, ਸਾਰੀ ਆਬਾਦੀ ਵਿੱਚ, ਸਾਰੇ ਲੋਕਾਂ ਵਿੱਚ ਉਹ ਨਿਵਾਸ ਕਰਦਾ। ਜਾਂ ਲੋਏ ਤੋਂ ਭਾਵ ਜਿਹੜੇ 14 ਲੋਕ ਨੇ, 7 ਪਤਾਲ ਤੇ 7 ਆਕਾਸ਼ ਜਿਹੜੇ ਨੇ, ਇਹਨਾਂ 14 ਲੋਕਾਂ ਵਿੱਚ ਜਿੰਨੇ ਜੀਵ ਵਸਣ ਵਾਲੇ, ਉਹ ਪਰਮਾਤਮਾ ਉਹਨਾਂ ਥਾਵਾਂ ਤੇ ਨਿਵਾਸ ਕਰਦਾ ਹੈ। ਆਪੇ ਸੂਤ ਆਪੇ ਬਹੁਮਣੀਆਂ। ਉਹ ਪਰਮਾਤਮਾ ਆਪ ਹੀ ਸੂਤ ਰੂਪ ਹੈ, ਸਵਾਸਾਂ ਰੂਪੀ ਸੂਤ। ਇਹ ਜਿਹੜਾ ਸਾਨੂੰ ਸਾਹ ਆਉਂਦਾ ਪਿਆ ਨਾ, ਇਹ ਪ੍ਰਾਣ ਨੇ ਸਾਡੇ। ਉਹ ਪ੍ਰਾਣਾ ਰੂਪ ਪਰਮਾਤਮਾ ਡੋਰੀ ਆਪ ਹੀ ਹੈ। ਸਾਨੂੰ ਸਵਾਹ ਆ ਰਹੇ ਨੇ, ਸਾਹ ਆ ਰਹੇ ਨੇ, ਸਾਹ ਰੂਪ ਵੀ ਉਹ ਪਰਮਾਤਮਾ। ਆਕਸੀਜਨ ਰੂਪ ਵੀ ਆਪ ਹੀ ਬਣਿਆ ਹੋਇਆ। ਆਕਸੀਜਨ ਦੇ ਰੂਪ ਦੇ ਵਿੱਚ ਸਾਨੂੰ ਸਾਹ ਦਿੰਦਾ ਪਿਆ, ਪ੍ਰਾਣ ਦਿੰਦਾ ਪਿਆ। ਆਪੇ ਸੂਤ ਉਹ ਪਰਮਾਤਮਾ
ਆਪ ਹੀ ਪ੍ਰਾਣਾ ਰੂਪੀ ਸੂਤਰ ਹੈ, ਜਿਹੜੀ ਸਾਨੂੰ ਲਗਾਤਾਰ ਸਾਹ ਦਿੰਦਾ ਪਿਆ, ਇਹ ਵੀ ਪਰਮਾਤਮਾ ਆਪ ਹੈ। ਆਪੇ ਬਹੁ ਮਣੀਆਂ, ਮਣੀਆਂ ਤੋਂ ਭਾਵ ਜਿਹੜੀਆਂ ਸਾਡੀਆਂ ਦੇਹਾਂ ਨੇ, ਸਰੀਰ, ਇਹ ਸਰੀਰਾਂ ਰੂਪ ਵੀ ਪਰਮਾਤਮਾ ਆਪ ਹੀ ਹੈ, ਸਾਰੇ ਸਰੀਰਾਂ ਵਿੱਚ ਆਇਆ ਹੋਇਆ ਹੈ। ਕਰ ਸਕਤੀ ਜਗਤ ਪਰੋਏ, ਉਸ ਨੇ ਆਪਣੀ ਸ਼ਕਤੀ ਦੇ ਨਾਲ, ਇਹਨਾਂ ਪ੍ਰਾਣਾਂ ਦੇ ਨਾਲ ਸਾਰੇ ਸੰਸਾਰ ਨੂੰ ਪਰੋਇਆ ਹੋਇਆ। ਜਿਵੇਂ ਹਾਰ ਪਰੋਈਦਾ ਨਾ ਧਾਗੇ ਦੇ ਵਿੱਚ, ਜਾਂ ਫੁੱਲਾਂ ਦੀ ਮਾਲਾ ਪਰੋਈ ਦੀ ਹੈ ਨਾ, ਪਰ ਉਹ ਸਾਰੇ ਫੁੱਲ ਇੱਕ ਧਾਗੇ ਦੇ ਆਸਰੇ ਹੁੰਦੇ। ਇਸੇ ਤਰ੍ਹਾਂ ਇਹ ਜਿੰਨੇ ਜੀਵ ਰੂਪੀ ਫੁੱਲ ਬਣੇ ਨੇ ਨਾ, ਜਿੰਨੀਆਂ ਵੀ ਜੂਨਾਂ ਜਾਤਾਂ ਬਣੀਆਂ, ਇਹ ਸਾਰੀਆਂ ਪਰਮਾਤਮਾ ਦੇ ਹੁਕਮ ਰੂਪੀ ਧਾਗੇ ਵਿੱਚ ਪਰੋਈਆਂ ਹੋਈਆਂ ਨੇ, ਜਾਂ ਪਰਮਾਤਮਾ ਦੇ ਵੱਲੋਂ ਜਿਹੜੇ ਸਾਹ ਮਿਲਦੇ ਪਏ, ਸਾਹ ਰੂਪੀ ਧਾਗੇ ਵਿੱਚ ਸਾਰੇ ਪਰੋਏ ਹੋਏ, ਇਹ ਸਾਰੇ ਉਹਦੇ ਹੁਕਮ ਦੇ ਵਿੱਚ ਹੀ ਨੇ। ਕਰ ਸ਼ਕਤੀ ਸਭ ਜਗਤ ਪਰੋਏ, ਉਸ ਪਰਮਾਤਮਾ ਨੇ ਆਪਣੀ ਸ਼ਕਤੀ ਨਾਲ, ਆਪਣੀ ਕਰਾਮਾਤ ਨਾਲ, ਆਪਣੀ ਤਾਕਤ ਦੇ ਨਾਲ ਸਾਰੇ ਸੰਸਾਰ ਨੂੰ ਪਰੋ ਕੇ ਰੱਖਿਆ ਹੋਇਆ, ਇੱਕ ਦੂਜੇ ਨਾਲ ਜੋੜ ਕੇ ਰੱਖਿਆ ਹੋਇਆ, ਸਾਰਿਆਂ ਨੂੰ ਸਾਹ ਦੇ ਨਾਲ ਪਰੋ ਕੇ ਆਪਣੇ ਹੁਕਮ ਦੇ ਵਿੱਚ ਉਹ ਰੱਖਦਾ ਹੈ। ਆਪੇ ਹੀ ਸੂਤਰ ਹੈ ਪਿਆਰਾ, ਪਰਮਾਤਮਾ ਆਪ ਹੀ ਸੂਤਰ ਧਾਰ ਹੈ। ਸੂਤਰ ਧਾਰ ਉਹਨੂੰ ਕਿਹਾ ਜਾਂਦਾ ਹੈ ਜਿਹੜਾ ਸੂਤ ਨੂੰ ਫੜਨ ਵਾਲਾ ਹੈ। ਇਹ ਜਿਹੜੇ ਸਾਡੇ ਸਵਾਸ ਨੇ ਨਾ, ਪ੍ਰਾਣ, ਇਹਨਾਂ ਪ੍ਰਾਣਾਂ ਦੀ ਡੋਰੀ ਨੂੰ ਉਹਨੇ ਆਪ ਹੀ ਫੜਿਆ ਹੋਇਆ। ਪ੍ਰਭ ਡੋਰੀ ਹਾਥ ਤੁਮਾਰੇ, ਗੁਰਬਾਣੀ ਦਾ ਬਚਨ ਆਪਾਂ ਇਹ ਲੈਂਦੇ ਹਾਂ। ਪਰਮਾਤਮਾ ਦੇ ਹੱਥ ਵਿੱਚ ਸਾਹ ਰੂਪੀ ਡੋਰੀ ਹੈ, ਜਿਹਨੂੰ ਸਾਹ ਦੇਣੇ ਦਈ ਜਾ ਰਿਹਾ, ਜਿਹਨੂੰ ਨਹੀਂ ਦੇਣੇ ਉਹਦੇ ਵਾਪਸ ਵੀ ਉਹ ਲੈ ਲੈਂਦਾ ਹੈ। ਸੋ ਇਹ ਸੂਤ ਰੂਪੀ ਡੋਰੀ ਉਹਦੇ ਹੱਥ ਵਿੱਚ ਹੋਣ ਕਰਕੇ ਉਸ ਨੂੰ ਸੂਤਰ ਧਾਰ ਆਖਿਆ ਜਾਂਦਾ ਹੈ। ਐਸਾ ਉਹ ਪਿਆਰਾ ਪਰਮਾਤਮਾ ਹੈ ਭਾਈ, ਉਹਦੇ ਹੱਥ ਵਿੱਚ ਤੁਹਾਡੇ ਸਾਰਿਆਂ ਦੀ, ਆਪਣੇ ਸਾਰਿਆਂ ਦੀ ਰੋਜੀ ਰੋਟੀ ਦੀ ਤਾਰ ਉਹਨੇ ਫੜੀ ਹੋਈ ਹੈ। ਤਾਂ ਉਹਨੂੰ ਆਖਿਆ ਜਾਂਦਾ ਕਰਤਾਰ, ਜਿਹਦੇ ਹੱਥਾਂ ਵਿੱਚ ਰਿਜ਼ਕ ਦੇਣ ਦੀ ਡੋਰ ਫੜੀ ਹੋਈ ਹੈ। ਜਿਸ ਪਰਮਾਤਮਾ ਦੇ ਹੱਥਾਂ ਵਿੱਚ ਸਵਾਸ ਲੈਣ ਦੀ ਡੋਰ ਫੜੀ ਹੋਈ ਹੈ, ਪ੍ਰਾਣਾਂ ਦੀ ਡੋਰ ਫੜਨ ਵਾਲਾ ਉਹ ਪਿਆਰਾ ਪਰਮਾਤਮਾ ਸੂਤ ਧਾਰ ਹੈ। ਸੂਤ ਖਿੱਚੈ ਢਹਿ ਢੇਰੀ ਹੋਏ, ਜੇ ਉਹ ਪਰਮਾਤਮਾ ਸੂਤ ਖਿੰਚੈ, ਜਦੋਂ ਪ੍ਰਾਣਾਂ ਦੀ ਡੋਰੀ ਖਿੱਚਦਾ ਨਾ, ਤੇ ਇਹ ਜਿੰਨੀਆਂ ਆਪਾਂ ਜੀਵ ਆ, ਜਿੰਨੇ ਸਰੀਰ ਆ, ਇਹ ਸਾਰੀਆਂ ਪੁਤਲੀਆਂ ਹੀ ਨੇ ਨਾ ਪਰਮਾਤਮਾ ਦੇ ਅੱਗੇ। ਜਿਵੇਂ ਕਾਠ ਦੀ ਪੁਤਲੀ ਨੂੰ ਨਚਾਉਣ ਵਾਲਾ ਕੋਈ ਹੋਰ ਹੈ, ਜਿਵੇਂ ਜਿਵੇਂ ਉਂਗਲਾਂ ਹਿਲਾਉਂਦਾ ਉਵੇਂ ਉਵੇਂ ਕਾਠ ਦੀਆਂ ਪੁਤਲੀਆਂ ਨੱਚਦੀਆਂ। ਇਸੇ ਤਰ੍ਹਾਂ ਜਿੰਨੇ ਆਪਾਂ ਸਰੀਰ ਆਏ ਆ ਦੁਨੀਆ ਤੇ, ਸਾਰੀਆਂ ਪੁਤਲੀਆਂ ਹੀ ਨੇ ਪਰਮਾਤਮਾ ਦੇ ਹੁਕਮ ਦੇ ਵਿੱਚ, ਸਾਰੇ ਆਪਾਂ ਬੱਧੇ ਹੋਏ। ਤੇ ਪਾਤਸ਼ਾਹ ਕਹਿਣ ਲੱਗੇ ਸੂਤ ਖਿੰਚੇ, ਜਦੋਂ ਆਪਣੇ ਹੁਕਮ ਦੇ ਨਾਲ ਉਹ ਸਵਾਸਾਂ ਨੂੰ ਖਿੱਚ ਲੈਂਦਾ ਨਾ, ਪ੍ਰਾਣ ਮੁਕਾ ਦਿੰਦਾ ਵੀ ਬਸ ਤੇਰੇ ਸਾਹ ਖਤਮ ਹੋ ਗਏ, ਤੇਰਾ ਹੁਣ ਰਿਜ਼ਕ ਖਤਮ ਹੋ ਗਿਆ। ਤੇ ਢਹਿ ਢੇਰੀ ਹੋਏ, ਇਹ ਸਰੀਰ ਫਿਰ ਢਹਿ ਜਾਂਦਾ ਹੈ, ਤੇ ਢਹਿ ਕੇ ਫਿਰ ਸੜ ਕੇ ਲੱਕੜਾਂ ਵਿੱਚ ਢੇਰੀ ਕਹੀਏ ਸੁਆਹ ਬਣ ਜਾਂਦਾ ਹੈ। ਇਹ ਸਰੀਰ ਉਹਨਾਂ ਚਿਰ ਹੀ ਭੱਜਾ ਫਿਰਦਾ ਜਿੰਨਾ ਚਿਰ ਉਹਦਾ ਹੁਕਮ ਹੈ। ਜਦੋਂ ਉਹਨੇ ਆਪਣਾ ਹੁਕਮ ਕਰਕੇ ਆਪਣੇ ਦਿੱਤੇ ਹੋਏ ਸਾਹ ਖਿੱਚ ਲੈਣ, ਉਸ ਵੇਲੇ ਇਹ ਜਿਹੜਾ ਸਰੀਰ ਹੈ ਫਿਰ ਢੇਰੀ ਬਣ ਜਾਏਗਾ, ਸੁਆਹ ਦੀ ਢੇਰੀ ਬਣ ਜਾਂਦਾ ਹੈ, ਬਿਲਕੁਲ ਮੁੱਕ ਜਾਂਦਾ, ਖਤਮ ਹੋ ਜਾਂਦਾ ਹੈ। ਇਹ ਸਾਰੇ ਕਾਰਜਾਂ ਨੂੰ ਪਰਮਾਤਮਾ ਕਰਦਾ ਹੈ। ਮੇਰੇ ਮਨ ਮੈਂ ਹਰ ਬਿਨ ਅਵਰ ਨਾ ਕੋਈ, ਐ ਮੇਰਿਆ ਮਨਾ, ਪਰਮਾਤਮਾ ਤੋਂ ਬਿਨਾ ਕੋਈ ਦੂਜਾ ਹੈ ਹੀ ਨਹੀਂ, ਤੇ ਉਹਨੂੰ ਛੱਡ ਕੇ ਕਿਸੇ ਹੋਰ ਦੀ ਸ਼ਰਨ ਵਿੱਚ ਨਾ ਚਲੇ ਜਾਈਂ ਕਿ ਫਲਾਣਾ ਮੇਰੀ ਰੱਖਿਆ ਕਰੇਗਾ, ਮਦਦ ਕਰੇਗਾ। ਨਹੀਂ, ਤੇਰੀ ਮਦਦ ਨਹੀਂ ਉਹ ਕਿਸੇ ਨੇ ਕਰਨੀ। ਇੱਕ ਪਰਮਾਤਮਾ ਇਹੋ ਜਿਹਾ ਹੈ, ਮੇਰੇ ਮਨ ਹਰ ਬਿਨ ਅਵਰ ਨਾ ਕੋਏ। ਐ ਮੇਰਿਆ ਮਨਾ, ਪਰਮਾਤਮਾ ਤੋਂ ਬਿਨਾ ਆਸਰਾ ਦੇਣ ਵਾਲਾ ਕੋਈ ਦੂਜਾ ਨਹੀਂ ਹੈ। ਹੈ ਪਿਆਰਾ, ਉਹ ਜਿਹੜਾ ਪਰਮਾਤਮਾ ਹੈ ਪਿਆਰਾ ਲੱਗਣ ਵਾਲਾ, ਉਸਨੇ ਨਾਮ ਦਾ ਖਜ਼ਾਨਾ ਸਤਿਗੁਰਾਂ ਵਿੱਚ ਰੱਖਿਆ ਹੋਇਆ। ਸੋ ਪਿਆਰਾ ਪਰਮਾਤਮਾ ਜਿਹੜਾ ਹੈ, ਉਸਨੇ ਨਾਮ ਦਾ ਖਜ਼ਾਨਾ ਸਤਿਗੁਰਾਂ ਨੂੰ ਦਿੱਤਾ ਹੋਇਆ। ਜੇ ਕਿਸੇ ਨੇ ਨਾਮ ਲੈਣਾ ਨਾ, ਤੇ ਨਾਮ ਗੁਰੂ ਕੋਲੋਂ ਮਿਲਣਾ, ਸਿੱਧਾ ਨਹੀਂ ਕਿਸੇ ਨੂੰ ਪ੍ਰਾਪਤ ਹੋ ਰਿਹਾ। ਨਾਮ ਦਾ ਖਜ਼ਾਨਾ ਆਪਣੇ ਕੋਲ ਉਸਨੇ ਗੁਰੂ ਦੇ ਕੋਲ ਰੱਖਿਆ ਹੋਇਆ ਹੈ। ਤੇ ਫਿਰ ਜਦੋਂ ਆਪਾਂ ਗੁਰੂ ਦੀ ਸੇਵਾ ਕਰਦੇ ਹਾਂ, ਤੇ ਫਿਰ ਗੁਰੂ ਸਾਡੇ ਤੇ ਦਇਆ ਕਰਦਾ। ਫਿਰ ਦਇਆ ਕਰਕੇ ਸਾਡੇ ਮੂੰਹ ਦੇ ਵਿੱਚ ਅੰਮ੍ਰਿਤ ਨੂੰ ਉਹ ਚੁਆ ਦਿੰਦਾ ਹੈ। ਜਿਵੇਂ ਮਾਂ ਦਇਆ ਕਰਕੇ ਆਪਣੇ ਪੁੱਤਰ ਦੇ ਮੂੰਹ ਵਿੱਚ ਬੁਰਕੀ ਪਾਉਂਦੀ ਹੈ, ਜਿਵੇਂ ਮਾਂ ਦਇਆ ਕਰਕੇ ਆਪਣੇ ਪੁੱਤਰ ਦੇ ਮੂੰਹ ਵਿੱਚ ਰਸ ਪਾਉਂਦੀ ਹੈ, ਉਸ ਨੂੰ ਚਖਾਉਂਦੀ ਹੈ, ਬੱਚਾ ਚੱਖਦਾ ਹੈ, ਬੜਾ ਆਨੰਦਿਤ ਹੁੰਦਾ। ਇਸੇ ਤਰ੍ਹਾਂ ਭਾਈ ਉਹ ਜਿਹੜਾ ਪਰਮਾਤਮਾ ਜਿਹਦੇ ਤੇ ਦਇਆ ਕਰਦਾ ਨਾ ਗੁਰਮੁਖੋ, ਉਸ ਦੇ ਫਿਰ ਮੂੰਹ ਦੇ ਵਿੱਚ ਨਾਮ ਅੰਮ੍ਰਿਤ ਨੂੰ ਚੁਆ ਦਿੰਦਾ, ਨਾਮ ਅੰਮ੍ਰਿਤ ਦੇ ਰਸ ਨੂੰ ਬਖਸ਼ਿਸ਼ ਕਰ ਦਿੰਦਾ ਹੈ।
ਐਸੇ ਉਹ ਆਨੰਦ ਦੇਣ ਵਾਲਾ ਹੈ। ਆਪੇ ਜਲ ਥਲ ਸਬਤ ਹੈ ਪਿਆਰਾ। ਉਹ ਪ੍ਰਮਾਤਮਾ ਜਲ ਦੇ ਵਿੱਚ ਵੀ ਬੈਠਾ। ਪਾਣੀ ਜਿਹੜਾ ਹੈ ਨਾ, ਭਾਵੇਂ ਨਦੀਆਂ ਨੇ, ਭਾਵੇਂ ਨਾਲੇ ਨੇ, ਭਾਵੇਂ ਤਲਾਬ ਨੇ ਤੇ ਭਾਵੇਂ ਸਮੁੰਦਰ ਨੇ, ਉਹ ਸਾਰੇ ਜਲਾਂ ਦੇ ਵਿੱਚ ਹਰੇਕ ਪਾਣੀ ਦੀ ਬੂੰਦ ਵਿੱਚ ਪਰਮਾਤਮਾ ਹੈ। ਤੇ ਥਲ ਕਹੀਏ ਜਿਹੜੇ ਮਾਰੂ ਥਲ ਨੇ, ਉਹਨਾਂ ਵਿੱਚ ਵੀ ਉਹ ਪਿਆਰਾ ਪਰਮਾਤਮਾ ਆਪ ਬਿਰਾਜਿਆ ਹੋਇਆ। ਰੇਤ ਦੇ ਕਣ ਕਣ ਵਿੱਚ ਵੀ ਉਸ ਦਾ ਨਿਵਾਸ ਹੈ। ਸਭ ਆਪੇ ਕਰੇ ਸੋ ਹੋਏ। ਉਹ ਪਰਮਾਤਮਾ ਜੋ ਕਰਦਾ ਨਾ, ਹੋਣਾ ਉਹੀ ਹੈ। ਕਈ ਵਾਰੀ ਆਪਾਂ ਬੜੀਆਂ ਛਾਲਾਂ ਮਾਰਦੇ, ਬੜੀਆਂ ਸਿਫਾਰਸ਼ਾਂ ਲਾਉਂਦੇ, ਬੜੇ ਯਤਨ ਕਰਦੇ, ਦਿਨੇ ਰਾਤ ਭੱਜਦੇ, ਪਰ ਹੋਣਾ ਉਹ ਹੈ ਜਿਹੜਾ ਉਹਨੇ ਕਰਨਾ ਹੈ। ਸੋ ਉਹ ਆਪਣੀ ਮਰਜ਼ੀ ਨਾਲ ਕਰਨ ਵਾਲਾ ਹੈ। ਜੋ ਉਹ ਕਰਦਾ ਉਹੀ ਸੰਸਾਰ ਵਿੱਚ ਹੁੰਦਾ ਹੈ। ਪਿਆਰਾ। ਉਹ ਪਿਆਰਾ ਪ੍ਰਮਾਤਮਾ ਸਾਰਿਆਂ ਨੂੰ ਰਿਜ਼ਕ ਵੀ ਪਹੁੰਚਾਉਂਦਾ। ਵੇਖਿਓ ਡਿਊਟੀ ਵੀ ਕਰਦਾ ਪਿਆ। ਇੰਨੀ ਤਾਕਤ ਦੇ ਹੁੰਦਿਆਂ ਹੋਇਆਂ ਹਰੇਕ ਨੂੰ ਸਿਰ ਬਸਿਰ ਉਹ ਰਿਜ਼ਕ ਦਿੰਦਾ ਪਿਆ। ਮੱਥੇ 'ਤੇ ਲਿਖ ਲਿਖ ਕੇ ਕਿਸੇ ਨੂੰ ਕੁਝ ਖਾਣ ਵਾਸਤੇ, ਕਿਸੇ ਨੂੰ ਕੁਝ ਖਾਣ ਵਾਸਤੇ। ਮਨੁੱਖ ਨੂੰ ਖਾਣ ਵਾਸਤੇ ਅੰਨ ਦਿੱਤਾ ਹੋਇਆ, ਪਸ਼ੂ ਨੂੰ ਖਾਣ ਵਾਸਤੇ ਘਾਹ ਦਿੱਤਾ ਹੋਇਆ, ਪੰਛੀ ਨੂੰ ਚੁਗਣ ਵਾਸਤੇ ਦਾਣੇ ਦਿੱਤੇ ਹੋਏ। ਇਸੇ ਤਰ੍ਹਾਂ ਮਾਸ ਖਾਣ ਵਾਲਿਆਂ ਨੂੰ ਖਾਣ ਵਾਸਤੇ ਮਾਸ ਦਾ ਉਸਨੇ ਇੰਤਜ਼ਾਮ ਕੀਤਾ। ਮਿੱਟੀ ਖਾਣ ਵਾਲਿਆਂ ਨੂੰ ਮਿੱਟੀ ਦਿੱਤੀ ਹੋਈ ਹੈ। ਪਾਣੀ ਵਿੱਚ ਰਹਿਣ ਵਾਲਿਆਂ ਨੂੰ ਪਾਣੀ ਦੇ ਪਦਾਰਥ ਮਿਲਦੇ ਪਏ। ਉਹ ਅਕਾਲ ਪੁਰਖ ਐਸਾ ਹੈ ਭਾਈ, ਹਰੇਕ ਜੀਵ ਦੇ ਖਾਣ ਦਾ ਪ੍ਰਬੰਧ ਪਹਿਲਾਂ ਹੀ ਕਰੀ ਬੈਠਾ ਹੈ। ਨੱਕ ਨੱਥ ਖਸਮ ਹੱਥ ਕਿਰਤ ਧੱਕੇ ਦੇ, ਜਹਾਂ ਦਾਣੇ ਤਹਾਂ ਖਾਣੇ, ਨਾਨਕਾ ਸੁਖ ਸੱਚ ਹੈ। ਉਹ ਪਰਮਾਤਮਾ ਐਸਾ ਹੈ ਭਾਈ, ਸਾਰਿਆਂ ਨੂੰ ਸਮੇਂ ਸਮੇਂ 'ਤੇ ਰਿਜ਼ਕ ਪਹੁੰਚਾਉਂਦਾ ਹੈ। ਐਸੀ ਉਸ ਦੀ ਸਮਰੱਥਾ ਹੈ। ਉਹਦੇ ਬਿਨਾ ਭਾਈ ਦੂਜਾ ਕੋਈ ਹੈ ਹੀ ਨਹੀਂ, ਤੇ ਫਿਰ ਕਿਹਨੂੰ ਕਹੀਏ। ਉਹ ਅਕਾਲ ਪੁਰਖ ਹੀ ਆਪ ਸਭ ਕੁਝ ਕਰਦਾ ਹੈ। ਉਹ ਪਿਆਰਾ ਪਰਮਾਤਮਾ ਆਪ ਹੀ ਸਾਰਿਆਂ ਨੂੰ ਖੇਡਾਂ ਖਿਲਾਉਂਦਾ ਪਿਆ। ਕਿਸੇ ਨੂੰ ਕਿਸੇ ਖੇਡ ਵਿੱਚ ਲਾਇਆ, ਕਿਸੇ ਨੂੰ ਕਿਸੇ ਖੇਡ ਵਿੱਚ ਲਾਇਆ। ਅਸੀਂ ਸੋਚਦੇ ਵੀ ਮੈਂ ਕੰਮ ਲੱਗਾ ਹੋਇਆ, ਸਾਡੇ ਵਾਸਤੇ ਕੰਮ ਹੈ, ਪਰਮਾਤਮਾ ਵਾਸਤੇ ਤੇ ਭਾਈ ਉਹ ਖੇਡ ਹੈ। ਉਸਨੇ ਸਾਰੇ ਦੁਨੀਆ ਨੂੰ ਕਿਸੇ ਨਾ ਕਿਸੇ ਖੇਡ ਵਿੱਚ ਲਾ ਦਿੱਤਾ। ਕਿਸੇ ਨੂੰ ਕੰਮ ਦੀ ਖੇਡ ਵਿੱਚ ਲਾ ਦਿੱਤਾ, ਕਿਸੇ ਨੂੰ ਪੋਤਰੇ ਨੂੰ ਖਿਡਾਉਣ ਦੀ ਖੇਡ ਵਿੱਚ ਲਾ ਦਿੱਤਾ, ਕਿਸੇ ਨੂੰ ਮਾਇਆ ਕਮਾਉਣ ਦੀ ਖੇਡ ਵਿੱਚ ਲਾ ਦਿੱਤਾ, ਕਿਸੇ ਨੂੰ ਦੁਨੀਆ ਦੀ ਸੇਵਾ ਵਿੱਚ ਉਸਨੇ ਲਾਇਆ ਹੋਇਆ। ਇਹ ਸਾਰੀਆਂ ਖੇਡਾਂ ਉਹ ਪਰਮਾਤਮਾ ਆਪ ਕਰਾਉਂਦਾ ਹੈ। ਜੋ ਉਹ ਪਰਮਾਤਮਾ ਗੁਰਮੁਖੋ ਕਰਦਾ ਹੋਣਾ ਉਹੀ ਹੈ। ਜੋ ਤੁਧ ਭਾਵੈ ਸਾਈ ਭਲੀ ਕਾਰ। ਜੋ ਤੈਨੂੰ ਚੰਗਾ ਲੱਗਦਾ ਉਹ ਚੰਗਾ ਕੰਮ ਹੈ, ਪਰ ਉਹ ਸਭ ਕੁਝ ਆਪ ਕਰਨ ਵਾਲਾ ਹੈ। ਆਪੇ ਆਪ ਨਿਰਮਲਾ ਪਿਆਰਾ। ਪਰਮਾਤਮਾ ਆਪ ਹੀ ਨਿਰਮਲ ਕਹੀਏ ਸੁੱਧ ਸਰੂਪ ਹੈ। ਪਰਮਾਤਮਾ ਕਦੇ ਮੈਲਾ ਨਹੀਂ ਹੁੰਦਾ। ਸਾਡੇ ਗਲ ਦਾ ਕਪੜਾ ਮੈਲਾ ਹੋ ਜਾਂਦਾ, ਸਾਡਾ ਸਰੀਰ ਮੈਲਾ ਹੋ ਜਾਂਦਾ, ਸਾਡੇ ਸਰੀਰ ਵਿੱਚੋਂ ਬੜੀ ਗੰਦਗੀ ਨਿਕਲਦੀ, ਅੱਖਾਂ ਵਿੱਚੋਂ ਗਿੱਢ ਆ ਜਾਂਦੀ, ਕੰਨਾਂ ਵਿੱਚ ਮੈਲ ਆ ਜਾਂਦੀ, ਪਰ ਉਹ ਪਰਮਾਤਮਾ ਇਹੋ ਜਿਹਾ ਨਿਰਮਲ ਸ਼ੁੱਧ ਹੈ ਵੀ ਉਹ ਕਿਸੇ ਦੇ ਟੱਚ ਕੀਤਿਆਂ ਗੰਦਾ ਨਹੀਂ ਹੁੰਦਾ, ਮੈਲਾ ਨਹੀਂ ਹੁੰਦਾ। ਉਹ ਪਰਮਾਤਮਾ ਐਸਾ ਨਿਰਮਲ ਹੈ, ਜਿਹੜੇ ਉਹਦੇ ਨਾਮ ਨੂੰ ਜਪਦੇ ਉਹ ਵੀ ਗੁਰਮੁਖ ਨਿਰਮਲ ਸ਼ੁੱਧ ਹੋ ਜਾਂਦੇ ਹਨ। ਆਪੇ ਨਿਰਮਲ ਸੋਏ। ਪਰਮਾਤਮਾ ਦੀ ਕਹਿਣ ਲੱਗੇ ਜਿਨ੍ਹਾਂ ਨੇ ਵਡਿਆਈ ਕੀਤੀ ਹੈ ਨਾ ਸ਼ੁੱਧ ਪਰਮਾਤਮਾ ਦੀ, ਉਹ ਗੁਰਮੁਖ ਵੀ ਨਿਰਮਲ ਹੋ ਜਾਂਦੇ। ਐਸੀ ਉਹ ਦਾਤ ਬਖਸ਼ਿਸ਼ ਕਰਨ ਵਾਲਾ ਹੈ। ਆਪੇ ਕੀਮਤ ਪਾਏਂਦਾ ਪਿਆਰਾ। ਆਪਣੀ ਕੀਮਤ ਆਪ ਹੀ ਪਾ ਰਿਹਾ ਭਾਈ। ਉਹਦੀ ਕੀਮਤ ਉਹਦੇ ਤੋਂ ਬਿਨਾ ਕੋਈ ਦੂਜਾ ਪਾ ਹੀ ਨਹੀਂ ਸਕਦਾ। ਐਸਾ ਉਹ ਪਰਮਾਤਮਾ ਹੈ। ਆਪੇ ਕਰੇ ਸੋ ਹੋਏ। ਉਹ ਪਰਮਾਤਮਾ ਕਰਦਾ ਗੁਰਮੁਖੋ ਉਹੀ ਹੋਣਾ ਹੈ। ਫਿਰ ਇੱਥੇ ਮਹਾਰਾਜ ਗੁਰੂ ਰਾਮਦਾਸ ਲਿਖਦੇ ਪਏ, ਜੋ ਅਕਾਲ ਪੁਰਖ ਜੀ ਤੁਸੀਂ ਕਰਦੇ ਹੋ ਉਹ ਸੰਸਾਰ ਵਿੱਚ ਹੁੰਦਾ ਹੈ। ਆਪੇ ਰੱਖਣਾ ਲਖਿਆ ਪਿਆਰਾ। ਪਰਮਾਤਮਾ ਅਲੱਖ ਹੈ ਭਾਈ। ਜੇ ਕੋਈ ਆਖੇ ਨਾ ਵੀ ਮੈਂ ਰੱਬ ਦਾ ਅੰਤ ਪਾ ਕੇ ਆ ਜਾਵਾਂ, ਅੰਤ ਪਾ ਲਵਾਂ, ਨਹੀਂ। ਉਹ ਪਰਮਾਤਮਾ ਅਲੱਖ ਹੈ, ਲਖਣੇ ਵਿੱਚ ਨਹੀਂ ਆਉਂਦਾ, ਗਿਣਤੀ ਮਿਣਤੀ ਹਿਸਾਬ ਕਿਤਾਬ ਵਿੱਚ ਨਹੀਂ ਆਉਂਦਾ। ਐਸਾ ਉਹ ਪਿਆਰਾ ਪਰਮਾਤਮਾ ਹੈ। ਆਪ ਲਿਖਾਵੈ ਸੋਏ। ਜਿਹਦੇ ਤੇ ਉਹ ਮਿਹਰ ਕਰੇ, ਜਿਹਨੂੰ ਆਪਣਾ ਸਰੂਪ ਉਹ ਜਨਾਉਣਾ ਚਾਹੇ ਵੀ ਇਹਨੂੰ ਮੈਂ ਆਪਣਾ ਸਰੂਪ ਦਿਖਾਉਣਾ ਹੈ, ਇਹਨੂੰ ਮੈਂ ਆਪਣੀ ਵਡਿਆਈ ਬਖਸ਼ਿਸ਼ ਕਰਨੀ ਹੈ। ਜਿਹਨੂੰ ਆਪਣਾ ਸਰੂਪ ਉਹ ਦਿਖਾਉਣਾ ਚਾਹੁੰਦਾ ਉਸ ਨੂੰ ਹੀ ਗੁਰੂ ਦੁਆਰਾ ਆਪਣੇ ਸਰੂਪ ਦਾ ਭੇਤ ਦਿੰਦਾ, ਨਹੀਂ ਤੇ ਉਹਦੇ ਭੇਦ ਨੂੰ ਕੋਈ ਪਾ ਨਹੀਂ ਸਕਿਆ ਹੈ। ਐਸਾ ਉਹ ਸਮਰੱਥ ਹੈ। ਆਪੇ ਗਹਿਰ ਗੰਭੀਰ ਹੈ ਪਿਆਰਾ। ਪਰਮਾਤਮਾ ਬੜਾ ਗਹਿਰ ਕਹੀਏ ਡੂੰਘਾ ਹੈ, ਗੰਭੀਰ ਕਹੀਏ ਬੜਾ ਵਿਸ਼ਾਲ ਹੈ। ਨਾ ਉਹਦੀ ਡੂੰਘਾਈ ਦਾ ਕੋਈ ਅੰਤ ਹੈ, ਨਾ ਉਹਦੀ ਵਿਸ਼ਾਲਤਾ ਦਾ ਕੋਈ ਅੰਤ ਹੈ।
ਸਮੁੰਦਰ ਦੇ ਨਾਲੋਂ ਵੀ ਜ਼ਿਆਦਾ ਡੂੰਘਾ ਹੈ। ਸਮੁੰਦਰ ਦੀ ਡੂੰਘਾਈ ਮਾਪੀ ਨਹੀਂ ਜਾ ਸਕਦੀ। ਪਰਮਾਤਮਾ ਸਮੁੰਦਰ ਦੇ ਨਾਲੋਂ ਵੀ ਜ਼ਿਆਦਾ ਡੂੰਘਾ ਹੈ। ਅਤੇ ਆਕਾਸ਼ ਜਿਹੜਾ ਸਾਡੇ ਸਿਰ ਦੇ ਉੱਪਰ ਹੈ ਇਹ ਬੜਾ ਵੱਡਾ ਹੈ, ਪਰ ਉਹ ਆਕਾਸ਼ ਦੇ ਨਾਲੋਂ ਵੀ ਜ਼ਿਆਦਾ ਉਹ ਪਰਮਾਤਮਾ ਵੱਡਾ ਹੈ। ਤਾਂ ਕਰਕੇ ਉਸ ਨੂੰ ਆਖਿਆ ਜਾਂਦਾ ਗੰਭੀਰ, ਵਿਸ਼ਾਲ, ਬਹੁਤਾ ਵੱਡਾ, ਜਿਹਦਾ ਕਿਸੇ ਤਰ੍ਹਾਂ ਕੋਈ ਅੰਤ ਨਹੀਂ ਆਉਂਦਾ ਹੈ। ਜੇ ਵੱਡੇ ਅਵਰ ਨਾ ਕੋਏ, ਉਸ ਪਰਮਾਤਮਾ ਦੇ ਵਰਗਾ ਦੂਜਾ ਕੋਈ ਹੈ ਹੀ ਨਹੀਂ ਹੈ। ਬੰਦੇ ਵਰਗਾ ਬੰਦਾ, ਪਸ਼ੂ ਵਰਗਾ ਪਸ਼ੂ ਸ਼ਾਇਦ ਹੋ ਸਕਦਾ ਹੋ ਜਾਵੇ, ਪਰ ਦੁਨੀਆ ਵਿੱਚ ਕਦੇ ਪਰਮਾਤਮਾ ਵਰਗਾ ਦੂਜਾ ਨਹੀਂ ਹੋਵੇਗਾ। ਗੁਰੂ ਪਾਤਸ਼ਾਹ ਨੇ ਗੁਰਬਾਣੀ ਵਿੱਚ ਬਚਨ ਲਿਖਿਆ ਹੈ, ਮਹਾਰਾਜ ਕਹਿਣ ਲੱਗੇ ਗੁਣ ਇਹੋ ਹੋਰ ਨਾ ਹੀ ਕੋਏ, ਨਾ ਕੋ ਹੋਆ ਨਾ ਕੋ ਹੋਏ। ਉਹ ਪਰਮਾਤਮਾ ਵਰਗਾ ਨਾ ਕੋਈ ਪਹਿਲਾਂ ਸੀ, ਨਾ ਕੋਈ ਅੱਗੇ ਹੋ ਸਕਦਾ, ਐਸਾ ਉਹ ਪਰਮਾਤਮਾ ਹੈ। ਸਭ ਘਟ ਆਪੇ ਭੋਗਵੇ ਪਿਆਰਾ। ਇਹ ਜਿੰਨੇ ਹਿਰਦੇ ਨੇ ਨਾ, ਜਿੰਨੇ ਸਰੀਰ ਨੇ, ਸਾਰਿਆਂ ਵਿੱਚ ਬੈਠਾ ਆਪੇ ਹੀ ਭੋਗਾਂ ਨੂੰ ਭੋਗਦਾ ਪਿਆ। ਸਰੀਰਾਂ ਵਿੱਚ ਬੈਠ ਕੇ ਉਹ ਪਰਮਾਤਮਾ ਭੋਗ, ਆਨੰਦ, ਸਵਾਦ ਵੀ ਆਪੇ ਲੈ ਰਿਹਾ। ਕੋਈ ਕੇਲੇ ਦਾ ਫਲ ਖਾ ਕੇ ਸਵਾਦ ਲੈਂਦਾ ਪਿਆ, ਪਰ ਉਹਦੇ ਅੰਦਰ ਬੈਠਾ ਪਰਮਾਤਮਾ ਆਨੰਦ ਲੈਂਦਾ ਪਿਆ। ਕੋਈ ਅੰਬ ਦਾ ਫਲ ਖਾਂਦਾ, ਕੋਈ ਸੇਬ ਦਾ ਫਲ ਖਾਂਦਾ, ਕੋਈ ਅੰਨ ਖਾਂਦਾ ਹੈ, ਕੋਈ ਦੁਨੀਆ ਦੇ ਹੋਰ ਰਸ-ਕਸ ਜਿਹੜੇ ਲੈਂਦੇ ਨੇ, ਸਾਰਿਆਂ ਵਿੱਚ ਬੈਠਾ ਪਰਮਾਤਮਾ ਆਪ ਉਹਨਾਂ ਰਸਾਂ ਨੂੰ, ਉਹਨਾਂ ਪਦਾਰਥਾਂ ਨੂੰ ਲੈ ਰਿਹਾ ਹੈ। ਨਾਰੀ ਪੁਰਖ ਸਭ ਸੋਏ। ਉਹ ਪਰਮਾਤਮਾ ਕਹਿਣ ਲੱਗੇ ਨਰ ਤੇ ਮਾਦਾ ਦੋਵਾਂ ਦੇ ਵਿੱਚ ਹੀ ਹੈ। ਜਦੋਂ ਨਰ ਤੇ ਮਾਦਾ ਵਿੱਚ ਆਪ ਬੈਠ ਕੇ ਸਵਾਦ ਲੈਂਦਾ, ਵਿਕਾਰਾਂ ਦਾ ਸਵਾਦ ਵੀ ਆਪ ਲੈਂਦਾ ਪਿਆ। ਇਸਤਰੀਆਂ ਦੇ ਵਿੱਚ ਵੀ ਉਹ ਬੈਠਾ ਹੋਇਆ, ਮਨੁੱਖਾਂ ਦੇ ਵਿੱਚ ਵੀ ਬੈਠਾ ਹੋਇਆ, ਆਪ ਹੀ ਸਾਰਿਆਂ ਵਿੱਚ ਬੈਠਾ ਉਹ ਸਾਰੇ ਆਨੰਦ ਨੂੰ, ਸਾਰੇ ਸਵਾਦ ਨੂੰ, ਸਾਰਿਆਂ ਰਸਾਂ ਨੂੰ ਲੈ ਰਿਹਾ ਹੈ। ਐਸਾ ਉਹ ਪਰਮਾਤਮਾ ਹੈ। ਨਾਨਕ ਗੁਪਤ ਵਰਤਦਾ ਪਿਆਰਾ। ਗੁਰੂ ਰਾਮਦਾਸ ਪਾਤਸ਼ਾਹ ਕਹਿੰਦੇ ਭਾਈ ਉਹ ਪਰਮਾਤਮਾ ਗੁਪਤ ਰੂਪ ਵਿੱਚ ਵਰਤਦਾ ਪਿਆ ਹੈ। ਵਰਤਦਾ ਸਾਰਿਆਂ ਥਾਵਾਂ 'ਤੇ ਹੀ ਹੈ, ਪਰ ਇਸ ਤਰ੍ਹਾਂ ਜਿਵੇਂ ਹੁਣ ਸਾਰੀ ਧਰਤੀ ਦੇ ਥੱਲੇ ਪਾਣੀ ਹੈ, ਪਰ ਉਸ ਪਾਣੀ ਨੂੰ ਪ੍ਰਗਟ ਕਰਨ ਵਾਸਤੇ ਸਾਨੂੰ ਮੋਟਰ ਲਾਉਣੀ ਪਵੇਗੀ, ਸਾਨੂੰ ਟਿਊਬਵੈੱਲ ਲਾਉਣਾ ਪਵੇਗਾ, ਫਿਰ ਜਾ ਕੇ ਧਰਤੀ ਤੋਂ ਪਾਣੀ ਨਿਕਲੇਗਾ। ਹੈ ਸਾਰਿਆਂ ਥਾਵਾਂ 'ਤੇ, ਪਰ ਯਤਨ ਕਰਨਾ ਪੈਂਦਾ ਹੈ। ਇਸੇ ਤਰ੍ਹਾਂ ਪਰਮਾਤਮਾ ਭਾਈ ਹੈ ਸਾਰਿਆਂ ਥਾਵਾਂ 'ਤੇ, ਪਰ ਉਹਨੇ ਆਪਣੇ ਆਪ ਨੂੰ ਗੁਪਤ ਕੀਤਾ ਹੋਇਆ, ਕਿਸੇ ਨੂੰ ਆਪਣਾ ਆਪ ਉਹ ਦਿਖਾਉਂਦਾ ਨਹੀਂ ਹੈ। ਪ੍ਰਗਟ ਹੋਏ। ਹਾਂ, ਜਿਨ੍ਹਾਂ ਨੇ ਭਾਈ ਗੁਰੂ ਨੂੰ ਪ੍ਰਾਪਤ ਕਰ ਲਿਆ ਨਾ, ਉਹ ਫਿਰ ਗੁਰੂ ਦੇ ਉਪਦੇਸ਼ ਦੇ ਨਾਲ ਉਸ ਪਰਮਾਤਮਾ ਨੂੰ ਪ੍ਰਗਟ ਕਰ ਲੈਂਦੇ। ਜਿਵੇਂ ਧਰਤੀ ਦੇ ਥੱਲੇ ਪਾਣੀ ਹੈ, ਪਰ ਉਹ ਯਤਨ ਕਰਨ ਵਾਲੇ ਨੇ ਪਾਣੀ ਕੱਢ ਲਿਆ, ਯਤਨ ਕੀਤਾ ਨਾ, ਟਿਊਬਵੈੱਲ ਲਾਇਆ, ਮੋਟਰ ਲਾਈ ਹੈ, ਮਸ਼ੀਨ ਲੈ ਕੇ ਆਂਦੀ, ਸਭ ਕੁਝ ਕੀਤਾ, ਪਾਣੀ ਦਿਸਦਾ ਨਹੀਂ ਸੀ ਪਰ ਹੁਣ ਦਿਸਣ ਲੱਗ ਪਿਆ। ਇਸੇ ਤਰ੍ਹਾਂ ਉਹ ਪਰਮਾਤਮਾ ਹੈ ਤੇ ਸਾਰਿਆਂ ਦੇ ਵਿੱਚ, ਪਰ ਦਿਸਦਾ ਨਹੀਂ ਹੈ। ਪਰ ਜਿਨ੍ਹਾਂ ਨੇ ਗੁਰੂ ਧਾਰਨ ਕਰ ਲਿਆ ਨਾ, ਗੁਰੂ ਦੇ ਉਪਦੇਸ਼ 'ਤੇ ਚੱਲ ਪਏ, ਉਹ ਫਿਰ ਉਸ ਪਰਮਾਤਮਾ ਨੂੰ ਪ੍ਰਗਟ ਕਰ ਲੈਂਦੇ ਹਨ। ਮਹਲਾ ਚੌਥਾ। ਆਪੇ ਹੀ ਸਭ ਆਪ ਹੈ ਪਿਆਰਾ, ਆਪੇ ਥਾਪੋ ਥਾਪੈ। ਅਕਾਲ ਪੁਰਖ ਆਪੇ ਹੀ ਸਭ ਆਪ ਹੈ, ਆਪਣੇ ਆਪ ਤੋਂ ਸਾਰੇ ਸੰਸਾਰ ਨੂੰ ਪੈਦਾ ਕਰਨ ਵਾਲਾ ਹੈ। ਮਹਾਰਾਜ ਸਾਹਿਬ ਜੀ ਦਾ ਬਚਨ ਪੜ੍ਹਦੇ ਹਾਂ, ਓੰਕਾਰ ਸੇ ਬਰਮਾ ਉਤਪਤ, ਓੰਕਾਰ ਕੀਆ ਜਿਨ ਚਿਤ, ਕੀਤਾ ਪਸਾਓ ਏਕੋ ਅਕਵਾਓ, ਤਿਸਤੇ ਹੋਏ ਲੱਖ ਦਰਿਆਓ। ਉਹ ਪਰਮਾਤਮਾ ਆਪਣੇ ਆਪ ਤੋਂ ਉਸਨੇ ਦੁਨੀਆ ਪੈਦਾ ਕੀਤੀ ਹੈ। ਤੇ ਪਾਤਸ਼ਾਹ ਫਰਮਾਉਂਦੇ, ਕਹਿਣ ਲੱਗੇ ਆਪੇ ਥਾਪ ਉਥਾਪੈ। ਉਹ ਪੈਦਾ ਕਰਨ ਵਾਲਾ, ਬਣਾਉਣ ਵਾਲਾ ਤੇ ਕੁਰਸੀ 'ਤੇ ਬਿਠਾਉਣ ਵਾਲਾ, ਤਾਕਤ ਦੇਣ ਵਾਲਾ ਵੀ ਉਹ ਆਪ ਹੀ ਹੈ, ਥਾਪਣ ਵਾਲਾ ਵੀ ਆਪ ਹੀ ਹੈ। ਕਿਸੇ ਨੂੰ ਜਥੇਦਾਰ ਥਾਪ ਦਿੱਤਾ ਹੈ, ਕਿਸੇ ਨੂੰ ਜਰਨੈਲ ਥਾਪ ਦਿੱਤਾ ਹੈ, ਕਿਸੇ ਨੂੰ ਵਜ਼ੀਰ ਥਾਪ ਦਿੱਤਾ, ਕਿਸੇ ਨੂੰ ਉਸਨੇ ਰਾਜਾ ਥਾਪ ਦਿੱਤਾ, ਥਾਪਣ ਵਾਲਾ ਵੀ ਆਪ ਹੈ। ਤੇ ਅਗਲਾ ਬਚਨ ਮਹਾਰਾਜ ਪੜ੍ਹਦੇ, ਉਥਾਪੈ। ਉਥਾਪੇ ਤੋਂ ਭਾਵ ਹੁੰਦਾ ਨਾਸ ਕਰ ਦੇਣਾ। ਅੱਜ ਤਖਤ 'ਤੇ ਬਿਠਾਉਂਦਾ ਪਿਆ ਹੈ, ਕੱਲ੍ਹ ਨੂੰ ਤਖਤ ਨੂੰ ਲਾਉਂਦਾ ਵੀ ਆਪੇ ਹੀ ਪਿਆ ਹੈ। ਅੱਜ ਉਹ ਪ੍ਰਭਤਾ ਦਿੰਦਾ ਹੈ, ਵਡਿਆਈ ਦਿੰਦਾ ਹੈ, ਕੱਲ੍ਹ ਨੂੰ ਪ੍ਰਭਤਾ ਖੋਂਦਾ ਵੀ ਪਿਆ ਹੈ। ਦੇਣ ਵਾਲਾ ਵੀ ਆਪ ਹੈ, ਲੈਣ ਵਾਲਾ ਵੀ ਆਪ ਹੈ। ਅੱਜ ਮੁੱਠਾਂ ਭਰ ਭਰ ਰਿਜ਼ਕ ਦਿੰਦਾ ਪਿਆ, ਕੱਲ੍ਹ ਨੂੰ ਉਸੇ ਰਿਜ਼ਕ ਨੂੰ ਖੋ ਕੇ ਕੰਗਾਲ ਵੀ ਉਹ ਕਰ ਸਕਦਾ ਹੈ। ਥਾਪ ਉਥਾਪੇ, ਆਪੇ ਬਣਾਉਣ ਵਾਲਾ, ਆਪੇ ਨਾਸ ਕਰਨ ਵਾਲਾ, ਆਪੇ ਦੇਣ ਵਾਲਾ, ਆਪੇ ਲੈਣ ਵਾਲਾ, ਉਹ ਸਭ ਕੁਝ ਕਰਦਾ। ਆਪ ਹੀ ਉਹ ਪਰਮਾਤਮਾ ਬਖਸ਼ਿਸ਼ ਕਰੇ ਤੇ ਪੁੱਤਰ ਦੇ ਦਿੰਦਾ ਹੈ। ਆਪ ਹੀ ਜੇ ਉਹਦੀ ਮਰਜ਼ੀ ਹੋ ਜਾਵੇ ਤੇ ਉਹਦੇ ਸਾਹ ਕੱਢ ਕੇ ਤੇ ਉਹਨੂੰ ਵਾਪਸ ਵੀ ਲੈ ਸਕਦਾ ਹੈ। ਐਸੀ ਸਮਰੱਥਾ ਨੂੰ ਉਹ ਪਰਮਾਤਮਾ ਰੱਖਦਾ ਹੈ। ਆਪੇ ਵੇਖ ਵੇਖਦਾ ਪਿਆਰਾ, ਕਰ
ਹਰ ਚੋਜ ਵੇਖੈ ਪ੍ਰਭ ਆਪੈ। ਅਕਾਲ ਪੁਰਖ ਆਪਣੇ ਚੋਜ ਕਰਕੇ, ਚੋਜ ਕਹਿੰਦੇ ਕੌਤਕ, ਆਪਣੀਆਂ ਨਿੱਕੀਆਂ ਨਿੱਕੀਆਂ ਖੇਡਾਂ ਕਰਕੇ ਆਪ ਹੀ ਵੇਖਦਾ, ਫਿਰ ਆਪਣੀਆਂ ਖੇਡਾਂ ਨੂੰ ਵੇਖ ਵੇਖ ਕੇ ਆਪ ਹੀ ਖੁਸ਼ ਹੁੰਦਾ ਹੈ। ਐਸਾ ਉਹ ਪਰਮਾਤਮਾ ਹੈ। ਜਿਵੇਂ ਬੱਚੇ ਰੇਤਾ ਦਾ ਘਰ ਬਣਾਉਂਦੇ ਨਾ, ਰੇਤਾ ਨੂੰ ਪਾਣੀ ਵਿੱਚ ਪਾ ਕੇ, ਰੇਤਾ ਦੇ ਉੱਪਰ ਪਾਣੀ ਪਾ ਕੇ ਰੇਤਾ ਨੂੰ ਗਿੱਲਾ ਕਰ ਲੈਂਦੇ, ਭਿਉਂ ਲੈਂਦੇ, ਅਤੇ ਫਿਰ ਪੈਰ ਵਿੱਚ ਰੱਖ ਕੇ ਤੇ ਉੱਪਰ ਰੇਤਾ ਨੂੰ ਕੁੱਟ ਕੁੱਟ ਕੇ ਘਰ ਬਣਾ ਲੈਂਦੇ, ਅਤੇ ਫਿਰ ਘਰ ਬਣਾ ਕੇ ਆਪ ਹੀ ਪੈਰ ਮਾਰ ਕੇ ਤੋੜ ਦਿੰਦੇ। ਫਿਰ ਬੱਚੇ ਖੁਸ਼ ਹੋਣ ਲੱਗ ਪੈਂਦੇ ਐਸੀ ਖੇਡ ਖੇਡ ਕੇ। ਕਹਿਣ ਲੱਗੇ ਉਹ ਪਰਮਾਤਮਾ ਵੀ ਭਾਈ ਇਸੇ ਤਰ੍ਹਾਂ ਦਾ ਹੀ ਹੈ। ਪਹਿਲਾਂ ਦੁਨੀਆ ਬਣਾ ਲੈਂਦਾ, ਫਿਰ ਦੁਨੀਆ ਨੂੰ ਕੰਮ ਲਾ ਦਿੰਦਾ, ਫਿਰ ਕਿਸੇ ਨਾ ਕਿਸੇ ਨੂੰ ਮੁਕਾ ਵੀ ਦਿੰਦਾ ਹੈ। ਕਦੇ ਕਿਸੇ ਨੂੰ ਬਣਾਤਾ, ਕਦੇ ਕਿਸੇ ਨੂੰ ਢਾਤਾ। ਇਹ ਸਾਰਾ ਕੁਝ ਕਰਕੇ ਫਿਰ ਖੁਸ਼ ਹੋ ਕਰਕੇ ਆਪਣੀ ਬਣਾਈ ਹੋਈ ਆਪਣੇ ਕੀਤੇ ਕੰਮ ਨੂੰ ਦੇਖਦਾ ਹੈ। ਕਰ ਚੋਜ ਵੇਖੈ ਪ੍ਰਭ ਆਪੇ, ਆਪਣੇ ਚੋਜਾਂ ਨੂੰ, ਕੌਤਕਾਂ ਨੂੰ ਅਕਾਲ ਪੁਰਖ ਆਪੇ ਬਣਾ ਬਣਾ ਕੇ ਦੇਖਦਾ ਹੈ। ਆਪੇ ਵੰਟਨ ਸਭ ਤਹਿ ਪਿਆਰਾ, ਆਪੇ ਗੁਰਮੁਖ ਜਾਪੈ। ਉਹ ਪਰਮਾਤਮਾ ਵਣ ਕਹੀਏ ਜੰਗਲ ਵੀ ਆਪ ਹੈ, ਜੰਗਲ ਦੇ ਵਿੱਚ ਵੀ ਆਪ ਵਸਿਆ ਹੋਇਆ। ਜੰਗਲ ਦੇ ਹਰੇਕ ਰੁੱਖ ਦੇ ਵਿੱਚ, ਹਰੇਕ ਲੱਕੜ ਦੇ ਵਿੱਚ, ਹਰੇਕ ਜੰਗਲ ਦੀ ਥਾਂ 'ਤੇ ਉਹ ਪਰਮਾਤਮਾ ਆਪ ਹੀ ਹੈ। ਅਤੇ ਤਿੰਨ ਨਾਮ ਗੁਰਮੁਖੋ ਘਾਹ ਦਾ, ਜਿਹੜਾ ਘਾਹ ਖਾਂਦੇ ਨਾ ਪਸ਼ੂ, ਇਹਦੇ ਵਿੱਚ ਵੀ ਉਹ ਪਰਮਾਤਮਾ ਆਪ ਹੀ ਹੈ। ਪਰਮਾਤਮਾ ਨੇ ਬੜੀ ਵੱਡੀ ਬਖਸ਼ਿਸ਼ ਕੀਤੀ ਹੈ ਕਿ ਸਾਰਿਆਂ ਥਾਵਾਂ 'ਤੇ ਆਪ ਹੈ। ਅਸੀਂ ਘਾਹ ਨੂੰ ਆਮ ਹੀ ਸਮਝ ਲੈਂਦੇ, ਮਾੜਾ ਹੀ ਸਮਝ ਲੈਂਦੇ। ਘਾਹ ਤੇ ਕੁਝ ਵੀ ਨਹੀਂ ਹੈ, ਪੈਰਾਂ ਥੱਲੇ ਲਤਾੜਿਆ ਜਾਂਦਾ। ਪਰ ਵਿਦਵਾਨ ਕਹਿੰਦੇ ਵੀ ਘਾਹ ਦੇ ਵਿੱਚ ਬੜੀ ਤਾਕਤ ਹੈ, ਤੂੰ ਨਹੀਂ ਜਾਣਦਾ। ਘਾਹ ਨੂੰ ਇਕੱਠਾ ਕਰਕੇ ਇੱਕ ਗਾਂ ਨੂੰ ਪਾਇਆ, ਮੱਝ ਨੂੰ ਪਾਇਆ, ਮੱਝ ਨੇ ਉਹ ਘਾਹ ਖਾਧਾ ਅਤੇ ਉਹਦੇ ਤੋਂ ਅੱਗੇ ਦੁੱਧ ਬਣ ਗਿਆ, ਅਤੇ ਦੁੱਧ ਤੋਂ ਅੱਗੇ ਬਣ ਗਿਆ ਜਾ ਕੇ ਦਹੀਂ ਬਣ ਗਿਆ, ਘਿਓ ਬਣ ਗਿਆ। ਉਹਦੇ ਨਾਲ ਧਾਰਮਿਕ ਸਥਾਨਾਂ 'ਤੇ ਮੋਮਬੱਤੀਆਂ ਜਗ ਪਈਆਂ, ਜੋਤਾਂ ਜਗ ਪਈਆਂ, ਪ੍ਰਸ਼ਾਦ ਬਣ ਗਏ, ਲੰਗਰ ਲੱਗ ਗਏ, ਜੱਗ ਹੋ ਗਏ। ਹੁਣ ਦੁਨੀਆ ਨੇ ਤਾਂ ਘਾਹ ਨੂੰ ਐਵੇਂ ਹੀ ਸਮਝਿਆ ਵੀ ਘਾਹ ਕੀ ਚੀਜ਼ ਹੈ, ਪਰ ਘਾਹ ਤੋਂ ਬਣਿਆ ਕੀ ਕੀ ਹੈ ਇਹ ਆਪਾਂ ਵੇਖ ਸਕਦੇ ਹਾਂ। ਮਹਾਰਾਜ ਕਹਿਣ ਲੱਗੇ ਭਾਈ ਉਹ ਪਰਮਾਤਮਾ ਘਾਹ ਵੀ ਆਪੇ ਹੀ ਹੋ ਰਿਹਾ ਹੈ, ਆਪੇ ਹੀ ਘਾਹ ਦੇ ਵਿੱਚ ਸਮਾਇਆ ਹੋਇਆ, ਆਪੇ ਹੀ ਜੰਗਲ ਵਿੱਚ ਸਮਾਇਆ ਹੋਇਆ। ਫਿਰ ਫਰਮਾਉਂਦੇ ਹਨ ਆਪੇ ਵੰਟਨ ਸਭ ਤਹਿ ਪਿਆਰਾ, ਆਪੇ ਗੁਰਮੁਖ ਜਾਪੈ। ਸਤਿਗੁਰੂ ਪਾਤਸ਼ਾਹ ਕਹਿਣ ਲੱਗੇ ਵਣ ਤੋਂ ਭਾਵ ਲੈ ਲੈਣਾ ਗੁਰਮੁਖੋ ਸਰੀਰ। ਦੂਜਾ ਅਰਥ ਵਿਦਵਾਨ ਇਸ ਤਰ੍ਹਾਂ ਵੀ ਕਰ ਲੈਂਦੇ, ਉਹ ਪਰਮਾਤਮਾ ਸਾਰਿਆਂ ਦੇ ਸਰੀਰ ਰੂਪ ਆਪ ਹੀ ਹੋ ਰਿਹਾ। ਇਹ ਸਾਡੇ ਜਿਹੜੇ ਸਰੀਰ ਨੇ ਨਾ, ਇਹ ਵੀ ਪਰਮਾਤਮਾ ਆਪ ਹੀ ਬਣਿਆ ਹੋਇਆ। ਅਤੇ ਤਿੰਨ ਤੋਂ ਭਾਵ ਲੈ ਲੈਣਾ ਜਿਹੜੇ ਸਾਡੇ ਇੰਦਰੇ ਨੇ ਸਰੀਰ ਦੇ, ਸਾਡੀਆਂ ਅੱਖਾਂ ਵੀ ਉਹ ਆਪ ਹੈ, ਹੱਥ ਵੀ ਆਪ ਹੈ, ਮੂੰਹ ਵੀ ਆਪ ਹੈ, ਕੰਨ ਵੀ ਆਪ ਹੈ। ਉਹ ਸਭ ਕੁਝ ਆਪ ਹੀ ਹੋ ਰਿਹਾ ਹੈ। ਸਹਿਸ ਤਵ ਨੈਣ ਨਨ ਨੈਣ ਹੈ ਤੋਹਿ ਕੋ, ਸਹਿਸ ਮੂਰਤ ਨਨਾ ਏਕ ਤੋਹੀ, ਸਹਿਸ ਪਾਦ ਬਿਮਲ ਨਨ ਏਕ ਪਾਦ ਗੰਧ ਬਿਨ, ਸਹਿਸ ਤਵ ਗੰਧ ਇਹ ਚਲਤ ਮੋਹੀ। ਗੁਰੂ ਨਾਨਕ ਸਾਹਿਬ ਪਾਤਸ਼ਾਹ ਨੇ ਲਿਖਿਆ, ਕਹਿਣ ਲੱਗੇ ਪਰਮਾਤਮਾ ਜਦੋਂ ਤੇਰੇ ਵਿਰਾਟ ਸਰੂਪ ਦਾ ਜ਼ਿਕਰ ਕਰੀਦਾ ਤਾਂ ਤੇਰੇ ਕੰਨ ਹੈ ਹੀ ਕੋਈ ਨਹੀਂ, ਅੱਖਾਂ ਹੈ ਹੀ ਕੋਈ ਨਹੀਂ, ਜ਼ੁਬਾਨ ਹੈ ਹੀ ਕੋਈ ਨਹੀਂ, ਹੱਥ ਪੈਰ ਹੈ ਹੀ ਕੋਈ ਨਹੀਂ, ਕਿਉਂਕਿ ਤੇਰੇ ਕੋਲ ਸਰੀਰ ਨਹੀਂ ਨਾ ਹੈਗਾ। ਇੱਕ ਪਾਸੇ ਤੇਰੇ ਕੋਲ ਕੁਝ ਵੀ ਨਹੀਂ ਹੈ, ਦੂਜੇ ਪਾਸੇ ਜੇ ਤੇਰੇ ਸਰੀਰ ਦੀ ਵਿਚਾਰ ਕਰੀਏ ਤੂੰ ਦੁਨੀਆ ਵਿੱਚ ਆਇਆ ਹੋਇਆ, ਫਿਰ ਜਿੰਨੀਆਂ ਦੁਨੀਆ ਦੀਆਂ ਅੱਖਾਂ ਨੇ ਉਹਨਾਂ ਅੱਖਾਂ ਵਿੱਚ ਤੂੰ ਬੈਠਾ ਦੁਨੀਆ ਨੂੰ ਵੇਖਦਾ ਪਿਆ, ਫਿਰ ਤੇਰੀਆਂ ਲੱਖਾਂ ਹੀ ਅੱਖਾਂ ਨੇ। ਜੇ ਇਹ ਵਿਚਾਰ ਕਰੀਏ ਤੂੰ ਸਾਰਿਆਂ ਵਿੱਚ ਆਇਆ ਹੋਇਆ, ਕੰਨਾਂ ਦੇ ਨਾਲ ਲੋਕ ਸੁਣਦੇ ਪਏ, ਅੰਦਰ ਬਹਿ ਕੇ ਤੂੰ ਸੁਣਦਾ ਪਿਆ, ਲੱਖਾਂ ਕੰਨ ਤੇਰੇ ਹੀ ਨੇ, ਲੱਖਾਂ ਪੈਰ ਤੇਰੇ ਹੀ ਨੇ, ਲੱਖਾਂ ਹੱਥ ਤੇਰੇ ਹੀ ਨੇ, ਐਸਾ ਤੂੰ ਬੇਅੰਤ ਹੈ। ਉਹ ਪਰਮਾਤਮਾ ਭਾਈ ਸਰੀਰ ਵੀ ਆਪ ਹੋ ਰਿਹਾ, ਅਤੇ ਸਰੀਰ ਦੇ ਜਿਹੜੇ ਇੰਦਰੇ ਨੇ ਉਹ ਵੀ ਆਪ ਹੀ ਹੋ ਰਿਹਾ ਹੈ। ਆਪੇ ਗੁਰਮੁਖ ਜਾਪੈ, ਆਪ ਹੀ ਗੁਰਮੁਖਾਂ ਨੂੰ ਆਪਣਾ ਆਪ ਉਹ ਜਨਾਉਂਦਾ, ਸੁਣਾਉਂਦਾ, ਦਿਖਾਈ ਦਿੰਦਾ, ਐਸੀ ਬਖਸ਼ਿਸ਼ ਕਰਦਾ ਹੈ। ਇਸ ਕਰਕੇ ਹੈ ਮਨਾ ਨਾਮ ਦੇ ਰਸ ਨੂੰ ਜਪ, ਨਾਮ ਨੂੰ ਜਪ, ਰਸ ਆਵੇਗਾ। ਰਸ ਕਿਹੋ ਜਿਹਾ ਆਵੇਗਾ? ਤਰਾਪੈ ਕਹੀਏ ਤ੍ਰਿਪਤ ਹੋ ਜਾਏਗਾ। ਅਸੀਂ ਭੋਜਨ ਛਕ ਲਿਆ, ਰੱਜ ਗਏ ਹਾਂ, ਪਰ 10 ਘੰਟੇ ਬਾਅਦ, 8 ਘੰਟੇ ਬਾਅਦ, 6 ਘੰਟੇ ਬਾਅਦ ਭੁੱਖ ਲੱਗ ਜਾਏਗੀ। ਪਰ ਜਿਨ੍ਹਾਂ ਨੇ ਨਾਮ ਦਾ ਰਸ ਚਖਿਆ ਨਾ ਗੁਰਮੁਖੋ, ਉਹ ਤ੍ਰਿਪਤ ਹੋ ਜਾਂਦੇ, ਸਦਾ ਵਾਸਤੇ ਰੱਜ ਜਾਂਦੇ, ਭੁੱਖ ਖਤਮ ਹੀ ਹੋ ਜਾਂਦੀ ਹੈ। ਉਹ ਪਰਮਾਤਮਾ ਐਸਾ ਬੇਅੰਤ ਹੈ। ਅੰਮ੍ਰਿਤ ਨਾਮ ਮਹਾਰਸ ਮੀਠਾ, ਗੁਰ ਸ਼ਬਦੀ ਚੱਖ ਜਾਪੈ। ਪਰਮਾਤਮਾ ਦਾ ਅੰਮ੍ਰਿਤ ਨਾਮ ਭਾਈ ਬੜਾ ਮਿੱਠਾ ਹੈ। ਦੁਨੀਆ ਦੇ ਮਿੱਠੇ ਪਦਾਰਥ ਖਾ ਲਾ, ਥੋੜ੍ਹੇ ਚਿਰ ਬਾਅਦ ਤੇਰਾ ਮੂੰਹ ਦਾ ਸਵਾਦ ਬੜਾ ਗੰਦਾ ਹੋ ਜਾਏਗਾ, ਭੈੜਾ ਹੋ ਜਾਏਗਾ।
ਜਾਂ ਦੁਨੀਆ ਦੇ ਮਿੱਠੇ ਪਦਾਰਥ ਖਾਵੇਂਗਾ ਬਿਮਾਰ ਪੈ ਜਾਏਗਾ, ਬਿਮਾਰੀ ਲੱਗ ਜਾਏਗੀ। ਪਰ ਪਰਮਾਤਮਾ ਦਾ ਨਾਮ ਵੀ ਤੇ ਮਿੱਠਾ ਹੀ ਹੈ ਨਾ। ਡਾਕਟਰ ਇਹ ਗੱਲ ਕਹਿੰਦਾ ਹੈ ਵੀ ਤੈਨੂੰ ਸ਼ੂਗਰ ਹੋ ਗਈ ਹੈ, ਤੇਰਾ ਮਧੂ ਮੇਦਾ ਹੋ ਗਿਆ ਹੈ ਤੇ ਤੂੰ ਮਿੱਠਾ ਨਹੀਂ ਖਾਣਾ ਹੈ। ਪਰ ਡਾਕਟਰ ਇਹ ਤੇ ਨਹੀਂ ਨਾ ਕਹਿੰਦਾ ਵੀ ਤੂੰ ਨਾਮ ਨਹੀਂ ਜਪਣਾ ਹੈ, ਨਾਮ ਵੀ ਤੇ ਮਿੱਠਾ ਹੀ ਹੈ ਨਾ। ਨਾਮ ਨੂੰ ਜਪਿਆ ਨਹੀਂ ਸ਼ੂਗਰ ਵੱਧਦੀ ਹੈ, ਦੁਨੀਆ ਦਾ ਮਿੱਠਾ ਖਾ ਲਏਗਾ ਤੇ ਵੱਧ ਜਾਂਦੀ ਹੈ। ਪਰਮਾਤਮਾ ਨਾਮ ਤੇ ਤੇਰਾ ਮਿੱਠਾ ਹੀ ਹੈ। ਅੰਮ੍ਰਿਤ ਨਾਮ ਪਰਮੇਸ਼ਰ ਤੇਰਾ, ਅੰਮ੍ਰਿਤ ਵੀ ਮਿੱਠਾ, ਨਾਮ ਵੀ ਮਿੱਠਾ। ਸਤਿਗੁਰੂ ਪਾਤਸ਼ਾਹ ਕਹਿਣ ਲੱਗੇ ਭਾਈ ਉਸ ਪਰਮਾਤਮਾ ਦਾ ਨਾਮ ਤੇ ਬੜਾ ਮਿੱਠਾ ਹੈ। ਬਾਬਾ ਫਰੀਦ ਸਾਹਿਬ ਜੀ ਕਹਿੰਦੇ ਦੁਨੀਆ ਦਾ ਕੋਈ ਪਦਾਰਥ ਪਰਮਾਤਮਾ ਤੇਰੇ ਨਾਮ ਦੇ ਸਵਾਦ ਅੱਗੇ ਫਿੱਕਾ ਹੀ ਪੈ ਜਾਂਦਾ। ਤੇਰੇ ਨਾਮ ਦਾ ਸਵਾਦ ਦੁਨੀਆ ਦਾ ਕੋਈ ਪਦਾਰਥ ਪੁੱਜਦਾ ਹੀ ਨਹੀਂ ਉਹਦੇ ਤੱਕ, ਐਸਾ ਮਿੱਠਾ ਤੇਰੇ ਨਾਮ ਦਾ ਰਸ ਹੈ। ਪਰ ਮਹਾਰਾਜ ਸਾਨੂੰ ਕਿਉਂ ਨਹੀਂ ਆਉਂਦਾ? ਨਾਮ ਦਾ ਰਸ ਤੇ ਬੜਾ ਮਿੱਠਾ ਹੈ। ਨਾਮ ਤੇ ਮੈਂ ਵੀ ਜਪਦਾ, ਤੁਸੀਂ ਜਪਦੇ, ਕੋਈ 10 ਮਿੰਟ, ਕੋਈ 15 ਮਿੰਟ, ਕੋਈ ਘੰਟਾ, ਕੋਈ ਬਾਣੀ ਪਾਠ ਪੜ੍ਹਦਾ। ਸਾਨੂੰ ਨਹੀਂ ਉਹ ਨਾਮ ਦਾ ਰਸ ਆਉਂਦਾ। ਗੱਲ ਕੀ ਹੈ? ਸਤਿਗੁਰੂ ਪਾਤਸ਼ਾਹ ਕਹਿਣ ਲੱਗੇ ਗੁਰ ਸਬਦੀ ਚੱਖ ਜਾਪੈ। ਗੁਰੂ ਦਾ ਉਪਦੇਸ਼ ਜਿੰਨਾ ਚਿਰ ਨਹੀਂ ਲੈਂਦਾ, ਗੁਰੂ ਵਾਲਾ ਜਿੰਨਾ ਚਿਰ ਨਹੀਂ ਬਣਦਾ, ਗੁਰੂ ਦਾ ਅੰਮ੍ਰਿਤ ਜਿੰਨਾ ਚਿਰ ਨਹੀਂ ਛਕਦਾ, ਜਿੰਨਾ ਚਿਰ ਗੁਰੂ ਧਾਰਨ ਨਹੀਂ ਕਰਦਾ, ਉਹਨਾਂ ਚਿਰ ਨਾਮ ਦਾ ਸਵਾਦ ਨਹੀਂ ਆਉਣਾ। ਤੇ ਜਦੋਂ ਗੁਰੂ ਵਾਲਾ ਬਣ ਜਾਏਗਾ ਫਿਰ ਜਿਵੇਂ ਕੋਈ ਹੱਥ ਤੇ ਰੱਖ ਕੇ ਆਪਾਂ ਸ਼ਹਿਦ ਚੱਟਦੇ ਆ ਨਾ, ਚੱਖਦੇ ਆ ਤੇ ਬੜਾ ਸਵਾਦ ਆਉਂਦਾ। ਕਹਿੰਦੇ ਫਿਰ ਗੁਰੂ ਇਹੋ ਜਿਹੀ ਮਿਹਰ ਕਰਦਾ, ਨਾਮ ਦਾ ਰਸ ਆਉਣ ਲੱਗ ਪੈਂਦਾ, ਸਵਾਦ ਆਉਣ ਲੱਗ ਪੈਂਦਾ, ਐਸੀਆਂ ਬਖਸ਼ਿਸ਼ਾਂ ਪ੍ਰਾਪਤ ਹੁੰਦੀਆਂ ਹਨ। ਆਪੇ ਤੀਰਥ ਤੁਲਹੜਾ ਪਿਆਰਾ, ਆਪ ਤਰੈ ਪ੍ਰਭ ਆਪੈ। ਉਹ ਪਰਮਾਤਮਾ ਤੀਰਥ ਰੂਪ ਆਪ ਹੋ ਰਿਹਾ। ਤੀਰਥ ਤੋਂ ਭਾਵ ਲੈ ਲੈਣਾ ਪਵਿੱਤਰ। ਉਹ ਪਰਮਾਤਮਾ ਪਵਿੱਤਰ ਆਪ ਹੈ। ਤੀਰਥ, ਤੀਰਥ ਕਹਿੰਦੇ ਪਵਿੱਤਰ ਜਗ੍ਹਾ। ਆਪਾਂ ਆਖਦੇ ਨਾ ਮੈਂ ਤੀਰਥ ਯਾਤਰਾ ਕਰਨ ਚੱਲਿਆ। ਤੀਰਥ ਯਾਤਰਾ ਤੋਂ ਭਾਵ ਹੁੰਦਾ ਮੈਂ ਪਵਿੱਤਰ ਥਾਂ ਤੇ ਚੱਲਿਆ, ਉੱਥੇ ਜਾ ਕੇ ਮੈਂ ਵੀ ਪਵਿੱਤਰ ਹੋ ਜਾਵਾਂਗਾ। ਸਤਿਗੁਰੂ ਪਾਤਸ਼ਾਹ ਕਹਿਣ ਲੱਗੇ ਹੈ ਪਰਮਾਤਮਾ ਤੂੰ ਤੀਰਥ ਵੀ ਆਪ ਹੀ ਹੋ ਰਿਹਾ ਹੈ। ਗੰਗਾ ਜਮਨਾ ਇਹ ਜਿੰਨੇ ਵੀ ਤੀਰਥ ਨੇ ਉਹਨਾਂ ਵਿੱਚ ਤੂੰ ਆਪ ਹੀ ਬੈਠਾ ਹੋਇਆ। ਜਾਂ ਤੀਰਥ ਕਹੀਏ ਤੂੰ ਆਪ ਹੀ ਪਵਿੱਤਰ ਰੂਪ ਹੈ। ਤੇ ਇੱਥੇ ਮਹਾਰਾਜ ਅੱਗੇ ਬਖਸ਼ਿਸ਼ ਕਰਦੇ ਕਹਿਣ ਲੱਗੇ ਆਪ ਹੀ ਤੁਲਹੜਾ, ਆਪ ਹੀ ਤੂੰ ਤੁਲੜਾ ਕਹੀਏ ਆਸਰਾ ਰੂਪ ਹੈ। ਜਦੋਂ ਕਿਸੇ ਕੋਲ ਬੇੜੀ ਨਾ ਹੋਵੇ ਨਦੀ ਪਾਰ ਹੋਣ ਵਾਸਤੇ, ਜਾਂ ਕੋਈ ਹੋਰ ਸਾਧਨ ਨਾ ਹੋਵੇ, ਤੇ ਸਿਆਣੇ ਲੋਕ ਕੀ ਕਰਦੇ ਸਨ ਵੀ ਕੁਝ ਲੱਕੜਾਂ ਲੈ ਕੇ ਨਾ ਸੁੱਕੀਆਂ, ਉਹਨਾਂ ਲੱਕੜਾਂ ਨੂੰ ਰੱਸੀ ਨਾਲ ਬੰਨ੍ਹ ਲਿਆ ਜਾਂਦਾ, ਉਹਨਾਂ ਲੱਕੜਾਂ ਨੂੰ ਪਾਣੀ ਵਿੱਚ ਸੁੱਟਿਆ ਜਾਂਦਾ। ਉਹ ਲੱਕੜ ਸੁੱਕੀ ਡੁੱਬਦੀ ਨਹੀਂ ਹੈ ਪਾਣੀ ਵਿੱਚ। ਤੇ ਉਸ ਲੱਕੜ ਨੂੰ ਫੜ ਕੇ ਜਿੰਨੀਆਂ ਕੋ ਬੱਧੀਆਂ 2 4 5 7 ਰੱਸੀ ਦੇ ਨਾਲ, ਉਹਨਾਂ ਲੱਕੜਾਂ ਨੂੰ ਫੜ ਕੇ ਨਾਲ ਆਪ ਥੋੜ੍ਹਾ ਬਹੁਤਾ ਹੱਥ ਪੈਰ ਮਾਰ ਕੇ ਤੇ ਨਦੀ ਪਾਰ ਕਰ ਜਾਣੀ। ਉਹਨੂੰ ਕਹਿੰਦੇ ਨੇ ਤੁਲਹੜਾ। ਜਦੋਂ ਬੇੜੀ ਕੋਲ ਨਾ ਹੋਵੇ, ਬੇੜੀ ਤੇ ਬੰਦੇ ਨੂੰ ਭਿੱਜਣ ਨਹੀਂ ਨਾ ਦਿੰਦੀ, ਬੰਦਾ ਸੁੱਕੇ ਕੱਪੜੇ ਪਾਏ ਬਾਹਰ ਨਿਕਲ ਜਾਂਦਾ। ਪਰ ਤੁਲਹੜਾ ਜਿਹੜਾ ਹੁੰਦਾ, ਤੁਲਹਾ, ਉਹ ਬੰਦੇ ਦੇ ਕੱਪੜੇ ਤੇ ਵੈਸੇ ਭਿੱਜ ਹੀ ਜਾਂਦੇ, ਕਿਉਂਕਿ ਪਾਣੀ ਵਿੱਚ ਆਪ ਨੂੰ ਵੀ ਉਤਰਨਾ ਪੈਣਾ। ਫਰਕ ਸਿਰਫ ਇੰਨਾ ਵੀ ਉਹ ਲੱਕੜਾਂ ਤੈਨੂੰ ਡੁੱਬਣ ਨਹੀਂ ਦੇਣਗੀਆਂ, ਤੈਨੂੰ ਮਰਨ ਨਹੀਂ ਦੇਣਗੀਆਂ, ਪਾਣੀ ਵਿੱਚ ਗੋਤਾ ਨਹੀਂ ਆਏਗਾ, ਕੱਪੜੇ ਤੇ ਭਿੱਜ ਜਾਣਗੇ, ਪਰ ਤੂੰ ਨਦੀ ਪਾਰ ਕਰ ਲਏਗਾ। ਲੱਕੜ ਸੁੱਕੀ ਇੰਨਾ ਕੁ ਆਸਰਾ ਤੈਨੂੰ ਦੇ ਦਿੰਦੀ ਹੈ। ਸੁੱਕੀਆਂ ਲੱਕੜਾਂ ਨੂੰ ਇਕੱਠੀਆਂ ਕਰਕੇ ਰੱਸੀ ਨਾਲ ਬੰਨ੍ਹ ਕੇ ਪਾਣੀ ਵਿੱਚ ਸੁੱਟਿਆ, ਨਦੀ ਪਾਰ ਕਰਨ ਵਾਸਤੇ ਉਹਨੂੰ ਕਿਹਾ ਜਾਂਦਾ ਤੁਲਹਾ। ਮਹਾਰਾਜ ਇੱਥੇ ਕਹਿਣ ਲੱਗੇ, ਕਹਿੰਦੇ ਪਰਮਾਤਮਾ ਤੂੰ ਆਪ ਹੀ ਤੁਲਹਾ ਰੂਪ ਹੈ। ਦੁਨੀਆ ਨੂੰ, ਸੰਸਾਰ ਨੂੰ ਪਾਰ ਕਰਨ ਵਾਸਤੇ, ਕਿਨਾਰੇ ਲਾਉਣ ਵਾਸਤੇ, ਮੁਕਤ ਕਰਨ ਵਾਸਤੇ ਆਪ ਹੀ ਤੂੰ ਤੁਲਹਾ ਰੂਪ ਹੋ ਰਿਹਾ ਹੈ। ਆਪ ਤਰੈ ਪ੍ਰਭ ਆਪੈ, ਆਪ ਹੀ ਤਰਨ ਵਾਲਾ, ਆਪ ਹੀ ਤਾਰਨ ਵਾਲਾ। ਹੁਣ ਤਰਨ ਵਾਲਾ ਵੀ ਆਪ ਹੈ ਤੇ ਪਾਣੀ ਵੀ ਤੂੰ ਆਪ ਹੀ ਹੈ। ਪਾਣੀ ਵਿੱਚ ਸੁੱਟੀ ਹੋਈ ਲੱਕੜ ਵੀ ਤੂੰ ਆਪ ਹੀ ਹੈ। ਲੱਕੜ ਨੂੰ ਰੱਸੀ ਨਾਲ ਬੰਨ੍ਹਿਆ, ਰੱਸੀ ਵੀ ਤੂੰ ਆਪ ਹੈ। ਪਾਣੀ ਵੀ ਆਪ ਹੈ, ਨਦੀ ਵੀ ਆਪ ਹੈ, ਨਿਕਲਣ ਵਾਲਾ ਆਪ ਹੈ, ਪੈਣ ਵਾਲਾ ਆਪ ਹੈ, ਲੱਕੜ ਵੀ ਆਪ, ਸਭ ਕੁਝ ਆਪ ਹੀ ਹੈ। ਤੂੰ ਸਭ ਕੁਝ ਆਪੇ ਹੀ ਕਰਦਾ ਪਿਆ ਹੈ। ਜਾਲ ਤਾਏ ਦਾ ਪਿਆਰਾ, ਸਭ ਜਗ ਮਛਲੀ ਹਰ ਆਪੈ। ਉਹ ਪਰਮਾਤਮਾ ਜਾਲ ਆਪੇ ਹੀ ਹੈ। ਹੁਣ ਪਾਣੀ ਵਿੱਚ ਜਾਲ ਸੱਟੀਏ ਤੇ ਮੱਛੀਆਂ ਫੜੀਆਂ ਜਾਂਦੀਆਂ। ਹੁਣ ਜਿਹੜਾ ਜਾਲ ਸੁੱਟਿਆ ਜਾ ਰਿਹਾ ਨਾ, ਉਹ ਜਾਲ ਵੀ ਪਰਮਾਤਮਾ ਤੂੰ ਆਪ ਹੀ ਹੈ। ਜਾਲ ਸੁੱਟਣ ਵਾਲਾ ਮਛੇਰਾ ਵੀ ਤੂੰ ਆਪ ਹੀ ਹੈ। ਉਸ ਜਾਲ ਵਿੱਚ ਫਸੀਆਂ ਹੋਈਆਂ ਮੱਛੀਆਂ ਵੀ ਤੂੰ ਆਪ ਹੀ ਹੈ। ਆਪੇ ਹੀ ਸਭ ਕੁਝ ਕਰਦਾ ਪਿਆ। ਫਿਰ ਬਖਸ਼ਿਸ਼ ਕਰਦੇ ਹਨ। ਆਪ ਜਾਲ ਵਤਾਏ ਦਾ ਪਿਆਰਾ, ਸਭ ਜਗ ਮਛਲੀ ਹਰ ਆਪੈ। ਕੀ ਹੈ? ਪਰਮਾਤਮਾ ਨੇ ਸਾਡੇ ਉੱਪਰ, ਸਾਰਿਆਂ ਦੇ ਉੱਪਰ ਮੋਹ ਦਾ ਜਾਲ ਪਾਇਆ ਹੋਇਆ।
ਕਿਸੇ ਨੂੰ ਪੁੱਤਰ ਦਾ ਮੋਹ ਹੈ, ਕਿਸੇ ਨੂੰ ਧੀ ਦਾ ਮੋਹ ਹੈ, ਪੋਤਰੇ ਦਾ, ਦੋਤਰੇ ਦਾ, ਮਾਂ ਦਾ, ਬਾਪ ਦਾ, ਚਾਚੇ ਦਾ, ਤਾਏ ਦਾ, ਭੈਣ ਦਾ, ਭਰਾ ਦਾ। ਪਰਮਾਤਮਾ ਤੂੰ ਆਪ ਹੀ ਮੋਹ ਦਾ ਜਾਲ ਸਾਡੇ ਸਾਰਿਆਂ ਤੇ ਪਾਇਆ ਹੋਇਆ, ਤੇ ਅਸੀਂ ਸਾਰੇ ਜੀਵ ਉਸ ਮੱਛੀ ਦੀ ਤਰ੍ਹਾਂ ਹਾਂ। ਜਿਵੇਂ ਮੱਛੀ ਜਾਲ ਵਿੱਚ ਫਸ ਜਾਵੇ ਤੇ ਨਿਕਲ ਨਹੀਂ ਨਾ ਸਕਦੀ, ਇਸੇ ਤਰ੍ਹਾਂ ਅਸੀਂ ਮੋਹ ਦੇ ਜਾਲ ਵਿੱਚ ਫਸ ਗਏ, ਨਿਕਲ ਨਹੀਂ ਸਕਦੇ, ਇਹਦੇ ਵਿੱਚ ਫਸ ਗਏ ਹਾਂ। ਤੂੰ ਆਪ ਹੀ ਮੋਹ ਦਾ ਜਾਲ ਪਾਉਣ ਵਾਲਾ, ਆਪ ਹੀ ਉਸ ਜਾਲ ਦੇ ਵਿੱਚ ਸਾਨੂੰ ਗ੍ਰਿਫਤਾਰ ਕਰਨ ਵਾਲਾ, ਆਪ ਹੀ ਉਸ ਜਾਲ ਦੇ ਵਿੱਚ ਪਾ ਕੇ ਤੜਫਾਉਣ ਵਾਲਾ। ਕਿਸੇ ਦਾ ਪੁੱਤਰ ਮਰ ਜਾਵੇ ਉਹ ਤੜਫਦਾ ਰਹਿੰਦਾ ਨਾ ਬਾਅਦ ਵਿੱਚ, ਕਿਸੇ ਨੂੰ ਕੋਈ ਘਾਟਾ ਪੈ ਜਾਵੇ, ਕੋਈ ਘਰ ਢਹਿ ਜਾਵੇ, ਕੋਈ ਜ਼ਮੀਨ ਲੈ ਜਾਵੇ ਖੋ ਕੇ, ਤੇ ਉਹ ਤੜਫਦਾ ਪਿਆ ਨਾ। ਕਿਉਂ ਤੜਫਦਾ ਪਿਆ? ਕਿਉਂਕਿ ਉਹਦਾ ਉਸ ਦੇ ਨਾਲ ਮੋਹ ਹੈ। ਮਰਦੀ ਤੇ ਦੁਨੀਆ ਬੜੀ ਹੈ। ਅਸੀਂ ਰਸਤੇ ਤੋਂ ਲੰਘਦੇ ਹਾਂ, ਜਾਂਦੇ ਹਾਂ, ਕਈ ਵਾਰੀ ਕੋਈ ਕਿਸੇ ਪਿੰਡ ਵਿੱਚੋਂ ਕੋਈ ਮੁਰਦਾ ਲੈ ਕੇ ਲੰਘਦਾ ਹੋਵੇ ਤੇ ਸਾਨੂੰ ਕੁਝ ਨਹੀਂ ਹੁੰਦਾ, ਅਸੀਂ ਕੋਲੋਂ ਚੁੱਪ ਕਰਕੇ ਗੱਡੀ ਲੈ ਕੇ ਲੰਘ ਜਾਈਦਾ। ਸਾਨੂੰ ਦੁੱਖ ਕਿਉਂ ਨਹੀਂ ਹੋਇਆ? ਸਾਨੂੰ ਦੁੱਖ ਤਾਂ ਨਹੀਂ ਹੋਇਆ ਵੀ ਸਾਡਾ ਉਹਦੇ ਨਾਲ ਮੋਹ ਨਹੀਂ ਹੈ, ਅਸੀਂ ਉਹਨੂੰ ਜਾਣਦੇ ਨਹੀਂ, ਸਾਨੂੰ ਕੀ ਪਤਾ ਵੀ ਉਹ ਕੌਣ ਹੈ, ਮਰ ਗਿਆ, ਗੱਲ ਨਿਬੜੀ ਹੈ। ਪਰ ਜਿੱਦਣ ਉਹ ਮੌਤ ਨੇ ਘਰ ਵਿੱਚ ਫੇਰਾ ਪਾਇਆ, ਸਾਡੇ ਕਿਸੇ ਮੋਹੀ ਜੀਵ ਨੂੰ ਉਹ ਲੈ ਗਿਆ, ਉਦਣ ਅਸੀਂ ਰੋਵਾਂਗੇ, ਪਿੱਟਾਂਗੇ, ਕੁਰਲਾਵਾਂਗੇ, ਬੜਾ ਕੁਝ ਕਰਾਂਗੇ। ਮੌਤ ਤੇ ਉਦਣ ਵੀ ਦੇਖੀ ਹੈ ਜਿੱਦਣ ਕੋਈ ਜਾਂਦਾ ਪਿਆ, ਸਾਨੂੰ ਫਰਕ ਨਹੀਂ ਪਿਆ, ਤੇ ਮੌਤ ਉਦਣ ਵੀ ਦੇਖਣੀ ਹੈ ਜਿੱਦਣ ਘਰੋਂ ਕੋਈ ਤੁਰੇਗਾ, ਪਰ ਉਦਣ ਬੜਾ ਫਰਕ ਪਵੇਗਾ। ਕਾਰਨ ਕੀ ਹੈ? ਕਿਉਂਕਿ ਉਹ ਸਾਡੇ ਮੋਹ ਦੇ ਜਾਲ ਵਿੱਚ ਹੈ, ਅਸੀਂ ਉਹਦੇ ਮੋਹ ਦੇ ਜਾਲ ਵਿੱਚ ਫਸੇ ਹੋਏ ਹਾਂ। ਜਿਵੇਂ ਮੱਛੀ ਜਾਲ ਵਿੱਚ ਪੈ ਕੇ ਤੜਫਦੀ ਹੈ, ਇਹ ਬੰਦਾ ਵੀ ਜਾਲ ਵਿੱਚ ਪੈ ਪੈ ਕੇ ਤੜਫਦਾ ਹੈ। ਆਪ ਭੁੱਲ ਨਾ ਭੁੱਲੇ ਪਿਆਰਾ, ਅਵਰ ਨਾ ਦੂਜਾ ਜਾਪੈ। ਉਹ ਪਰਮਾਤਮਾ ਭਾਈ ਅਭੁੱਲ ਹੈ, ਰੱਬ ਕਦੇ ਨਹੀਂ ਭੁੱਲਦਾ। ਵੱਡੇ ਤੋਂ ਵੱਡਾ ਬੰਦਾ, ਵੱਡੇ ਤੋਂ ਵੱਡਾ ਸਿਆਣਾ ਵਿਅਕਤੀ ਭੁੱਲ ਜਾਂਦਾ, ਗਲਤੀ ਕਰ ਜਾਂਦਾ। ਜਿਨ੍ਹਾਂ ਨੇ ਦੁਨੀਆ ਤੇ ਆਵਿਸ਼ਕਾਰ ਕੀਤਾ ਨਾ, ਨਵੇਂ ਨਵੇਂ ਜਿਨ੍ਹਾਂ ਨੇ ਤਜਰਬੇ ਕੀਤੇ, ਨਵੀਆਂ ਨਵੀਆਂ ਚੀਜ਼ਾਂ ਜਿਨ੍ਹਾਂ ਨੇ ਦੁਨੀਆ ਨੂੰ ਵੇਖਣ ਵਾਸਤੇ ਦਿੱਤੀਆਂ, ਉਹਨਾਂ ਨੇ ਵੀ ਬੜੀਆਂ ਬੜੀਆਂ ਗਲਤੀਆਂ ਕੀਤੀਆਂ। ਪਰ ਕਹਿਣ ਲੱਗੇ ਪਰਮਾਤਮਾ ਅਭੁੱਲ ਹੈ, ਉਹ ਕਦੇ ਗਲਤੀ ਕਰਦਾ ਹੀ ਨਹੀਂ। ਤੇ ਸਤਿਗੁਰੂ ਪਾਤਸ਼ਾਹ ਕਹਿਣ ਲੱਗੇ ਅਵਰ ਨਾ ਦੂਜਾ ਜਾਪੈ, ਉਹਦੇ ਵਰਗਾ ਕੋਈ ਦੂਜਾ ਹੋਰ ਹੈ ਵੀ ਨਹੀਂ ਹੈ। ਆਪੇ ਸਿੰਘੀ ਨਾਦ ਹੈ ਪਿਆਰਾ, ਧੁਨ ਆਪ ਵਜਾਏ ਆਪੇ। ਉਹ ਪਰਮਾਤਮਾ ਆਪ ਹੀ ਸਿੰਘੀ ਹੈ। ਸਿੰਘੀ ਕੀ ਹੈ? ਜੋ ਹਿਰਨ ਹੁੰਦਾ ਨਾ ਜੰਗਲ ਦਾ, ਉਸ ਜੰਗਲ ਦੇ ਹਿਰਨ ਦਾ ਸਿੰਘ ਲੈ ਕੇ ਤੇ ਉਹਦੀ ਸਿੰਘੀ ਬਣਾਈ ਜਾਂਦੀ ਹੈ, ਤੇ ਜੋਗੀ ਉਸ ਦੇ ਵਿੱਚ ਫੂਕ ਮਾਰ ਕੇ ਉਹਨੂੰ ਵਜਾਉਂਦੇ ਨੇ। ਜਿਵੇਂ ਆਪਾਂ ਸੀਟੀ ਵਜਾਉਂਦੇ ਆ ਨਾ ਫੂਕ ਮਾਰ ਕੇ, ਇਸੇ ਤਰ੍ਹਾਂ ਜੋਗੀ ਲੋਕ ਜਿਹੜੇ ਨੇ ਹਿਰਨ ਦਾ ਸਿੰਘ ਉਹਦੇ ਵਿੱਚ ਫੂਕ ਮਾਰ ਕੇ ਉਹਨੂੰ ਵਜਾਉਂਦੇ ਨੇ, ਤੇ ਨਾਲ ਨਾਲ ਫਿਰ ਝੂਮਦੇ ਨੇ। ਅੱਛਾ, ਤੂੰ ਸਿੰਘੀ ਵੀ ਆਪ ਹੀ ਹੋ ਰਿਹਾ ਹੈ। ਅਤੇ ਇਸੇ ਤਰ੍ਹਾਂ ਨਾਦ, ਨਾਦ ਕਹੀਏ ਸ਼ਬਦ ਜਿਹੜਾ ਉਹਦੇ ਵਿੱਚੋਂ ਨਿਕਲਦਾ ਪਿਆ, ਉਹ ਵੀ ਤੂੰ ਆਪ ਹੋ ਰਿਹਾ ਹੈ। ਤੇ ਪਾਤਸ਼ਾਹ ਕਹਿਣ ਲੱਗੇ ਧੁਨ ਆਪ ਵਜਾਏ ਆਪੇ, ਆਪ ਹੀ ਉਸ ਧੁਨੀ ਨੂੰ ਵਜਾਉਣ ਵਾਲਾ। ਤੂੰ ਜੋਗੀ ਵੀ ਆਪੇ ਹੀ ਹੈ, ਜੋਗੀ ਵੀ ਆਪੇ ਹੈ, ਸਿੰਘੀ ਵੀ ਆਪ ਹੈ, ਵਿੱਚੋਂ ਨਿਕਲਣ ਵਾਲੀ ਆਵਾਜ਼ ਵੀ ਤੁਸੀਂ ਆਪ ਹੀ ਹੋ। ਜੋਗੀ ਪੁਰਖਾ ਪਿਆਰਾ, ਆਪੇ ਹੀ ਤਪ ਤਪੈ। ਉਹ ਜੋਗੀ ਵੀ ਆਪ ਹੀ ਹੈ, ਆ ਤੇ ਆਪ ਹੀ ਜੋਗੀ ਬਣ ਕੇ ਤਪ ਨੂੰ ਕਰਨ ਵਾਲਾ ਤਪਸਵੀ ਵੀ ਆਪ ਹੈ। ਸਤਿਗੁਰ ਆਪ ਹੈ ਚੇਲਾ, ਉਪਦੇਸ਼ ਕਰੇ ਪ੍ਰਭ ਆਪੈ। ਉਹ ਸਤਿਗੁਰੂ ਵੀ ਆਪ ਹੀ ਹੈ, ਗੁਰੂ ਬਣਦਾ ਹੈ, ਤੇ ਚੇਲਾ ਵੀ ਆਪ ਹੈ। ਗੁਰੂ ਬਣ ਕੇ ਉਪਦੇਸ਼ ਵੀ ਆਪੇ ਦੇ ਰਿਹਾ, ਚੇਲਾ ਬਣ ਕੇ ਉਪਦੇਸ਼ ਲੈ ਵੀ ਆਪ ਰਿਹਾ। ਕਿਉਂਕਿ ਸਾਰਿਆਂ ਦੇ ਵਿੱਚ ਹੈ ਨਾ, ਆਪ ਗੁਰੂ ਆਪ ਫੁਨ ਚੇਲਾ, ਗੁਰੂ ਵੀ ਆਪ ਹੈ।